ਸਵਾਗਤ ਹੈ। ਮੇਰੇ ਨਾਲ ਅੱਜ ਤਿੰਨ ਵੱਡੇ ਪੈਨਲਿਸਟ ਨੇ, ਵੱਡੇ ਵਿਦਵਾਨ ਨੇ, ਸਰਦਾਰ ਹਮੀਰ ਸਿੰਘ ਨੇ ਔਰ ਇਹਨਾਂ ਦੇ ਨਾਲ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ JNE ਤੋਂ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ, ਔਰ ਤੀਜੇ ਮਹਿਮਾਨ ਸਾਡੇ ਕੋਲ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਇਹਨਾਂ ਦੀ ਬੜੀ ਵਸੀਹ ਸਮਝ ਹੈ ਤਿੰਨੋਂ ਦੀ, ਔਰ ਸਮਾਜਿਕ ਤਾਣੇ ਬਾਣੇ ਦੇ ਵਿੱਚ ਜੋ ਵੀ ਉਲਟ ਫੇਰ ਹੁੰਦੇ ਆ, ਉਥਲ ਪੁਥਲ ਹੁੰਦੀ ਆ, ਉਹਦੀਆਂ ਬਰੀਕੀਆਂ ਨੂੰ ਇਹ ਸਮਝਦੇ ਸਮਝਾਉਂਦੇ ਰਹੇ ਆ ਤਾਂ ਉਮਰ। ਮੈਂ ਸਭ ਤੋਂ ਪਹਿਲਾਂ ਆਪ ਸਭ ਨੂੰ ਜੀ ਆਇਆਂ ਆਖਦਾ। ਜੀ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਸੁਖਬੀਰ ਸਿੰਘ ਬਾਦਲ ਦੇ ਉਸ ਕਥਨ ਤੋਂ ਸ਼ੁਰੂ ਕਰਨਾ ਚਾਹੂੰਗਾ ਜਿਹਦੇ ਵਿੱਚ ਉਹ ਅਕਸਰ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿੱਜੀ ਜਗੀਰ ਨਹੀਂ, ਇਹ ਕੌਮੀ ਵਿਰਾਸਤ ਹੈ, ਇਹ ਧਰੋਹਰ ਆ, ਪੋਲੀਟੀਕਲ ਧਰੋਹਰ ਪੰਜਾਬ ਦੀ, ਸਿੱਖਾਂ ਦੀ। ਸੋ ਉਹਦੇ ਉੱਤੇ ਡਿਬੇਟ ਡਿਸਕਸ਼ਨ ਤਾਂ ਬਣਦੀ ਹੈ ਜਿਹੜੀ ਕੌਮੀ ਵਿਰਾਸਤ ਹੋਵੇ। ਮੈਂ ਚਾਹੂੰਗਾ ਕਿ ਜਿਹੜੀ ਅੱਜ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਇਹਨੂੰ ਤਿੰਨ ਹਿੱਸਿਆਂ 'ਚ ਵੰਡੀਏ ਔਰ ਟੂ ਦਾ ਪੁਆਇੰਟ ਰਹੀਏ। ਸਭ ਤੋਂ ਪਹਿਲਾ ਸੈਗਮੈਂਟ ਅਸੀਂ ਇਹਦੇ 'ਚ ਰੱਖਾਂਗੇ, ਇਹਦੇ ਵਿੱਚ ਪਹਿਲਾ ਰਾਊਂਡ ਰੱਖਾਂਗੇ ਕਿ ਜਿਹੜੇ ਤਬਦੀਲੀ ਅਕਾਲੀ ਦਲ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਉਹ ਤਬਦੀਲੀ ਵਾਪਰੀ ਹੈ। ਸਰਦਾਰ ਹਮੀਰ ਸਿੰਘ ਮੈਨੂੰ ਕਹਿੰਦੇ ਕਿ ਇਸ ਮਾਮਲੇ ਨੂੰ ਕੱਲ ਤੱਕ ਨਹੀਂ ਪਾਉਣਾ ਚਾਹੀਦਾ, ਇਹਦੇ ਤੇ ਅੱਜ ਗੱਲ ਹੋਣੀ ਚਾਹੀਦੀ ਆ, ਕਿਉਂਕਿ ਖੇਤਰੀ ਪਾਰਟੀ ਇੱਕ ਅਣਸਰ ਦੀ ਲੋੜ ਆ। ਖੇਤਰੀ ਮੁੱਦੇ, ਲੋਕਾਂ ਦੀਆਂ ਭਾਵਨਾਵਾਂ, ਇਹ ਸਾਰੇ ਦੇ ਸਾਰੇ ਤਰਜਮਾਨੀ ਕਰਦਾ ਹੈ ਖੇਤਰੀ ਦਲ, ਔਰ ਅਕਾਲੀ ਦਲ ਨੇ ਇਹ ਰੋਲ ਬਾਖੂਬੀ ਨਿਭਾਇਆ। ਸੋ ਉੱਤੇ ਗੱਲ ਕਰਨ ਲੱਗਿਆ, ਸਭ ਤੋਂ ਪਹਿਲਾਂ ਮੈਨੂੰ ਸਰਦਾਰ ਹਮੀਰ ਸਿੰਘ ਜੀ ਸੰਖੇਪ ਦੇ ਵਿੱਚ ਇਹ ਦੱਸ ਦਿਓ, ਜਿਹੜਾ ਅੱਜ ਦਲ ਦਾ ਪੁਨਰਗਠਨ ਹੋਇਆ ਇੱਕ ਤਰ੍ਹਾਂ ਨਾਲ, ਇਹਦੀਆਂ ਦੋ ਮੇਨ ਐਡਵਾਈਜ਼ਰ ਔਰ ਕੋਰ ਕਮੇਟੀ, ਫੈਸਲਾ ਕੌਣ ਹੈ, ਦੋਨੇ ਹੀ, ਇਹ ਜੋ ਫੈਸਲੇ ਲਏ ਆ ਇਹ ਸੱਚਮੁੱਚ ਸਮੇਂ ਦੇ ਹਾਣ ਦੇ ਨੇ, ਇੰਜ ਹੀ ਹੋਣਾ ਚਾਹੀਦਾ ਸੀ? ਅਸਲ ਦੇ ਵਿੱਚ ਝੁੰਦਾ ਕਮੇਟੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਦੇ ਵਿੱਚ। ਪ੍ਰੈਸ ਕਾਨਫਰੰਸ ਕਰਕੇ 30 ਨਵੰਬਰ ਦੀ ਡੈਡਲਾਈਨ ਦਿੱਤੀ ਸੀ। ਅੱਜ ਡੈਡਲਾਈਨ ਤਾਂ ਕਰਤੀ ਹੈ ਪੂਰੀ। ਡੈਡਲਾਈਨ ਇਹ ਦਿੱਤੀ ਸੀ ਕਿ ਬੂਥ ਲੈਵਲ ਦੀਆਂ ਕਮੇਟੀਆਂ ਤੋਂ ਡੈਲੀਗੇਟ ਚੁਣ ਕੇ, ਬਲਾਕ ਚੁਣ ਕੇ, ਜ਼ਿਲ੍ਹੇ ਚੁਣ ਕੇ ਇੱਕ ਡੈਲੀਗੇਟ ਇਜਲਾਸ ਹੋ ਜਾਏਗਾ। 30 ਨਵੰਬਰ ਤੱਕ ਅਕਾਲੀ ਦਲ ਦੇ ਓਵਰਆਲਿੰਗ ਝੁੰਦਾ ਕਮੇਟੀ ਦੇ ਮੁਤਾਬਕ ਆਪਣੇ ਆਪ ਹੋ ਜਾਏਗੀ। ਔਰ ਅੱਜ 24 ਮੈਂਬਰੀ ਕੋਰ ਕਮੇਟੀ ਦੁਬਾਰਾ ਨੋਮੀਨੇਟ ਕਰ ਦਿੱਤੀ ਗਈ ਹੈ। ਇਹ ਨੋਮੀਨੇਸ਼ਨ ਹੈ, ਇਲੈਕਸ਼ਨ ਨਹੀਂ ਹੈ। ਮਤਲਬ ਝੁੰਦਾ ਕਮੇਟੀ ਇਲੈਕਸ਼ਨ ਤੇ ਖੜੀ ਸੀ ਔਰ ਸਾਨੂੰ ਕਿਹਾ ਵੀ, ਲੋਕਾਂ ਦੇ ਸਾਹਮਣੇ ਇਹ ਗਿਆ ਸੀ ਕਿ ਉਹ ਚੋਣਾਂ ਹੋਣਗੀਆਂ, ਬਕਾਇਦਾ ਚੁਣ ਕੇ ਆਏ ਹੋਏ ਜੋ ਬੰਦੇ ਉਸ ਲੈਵਲ ਤੇ ਹੋਣਗੇ। ਤੇ ਸਲਾਹਕਾਰ ਕਮੇਟੀ ਬਣਾਤੀ ਤੇ ਇੱਕ ਦੋ ਮੈਂਬਰ ਸਪੈਸ਼ਲ ਇਨਵਾਈਟੀ ਨੇ ਜਿਹੜੇ ਮਹੱਤਵਪੂਰਨ ਨੇ ਦਿੱਲੀ ਤੋਂ, ਪਰਮਜੀਤ ਸਿੰਘ ਸਰਨਾ ਤੇ ਨਰੇਸ਼ ਗੁਜਰਾਲ, ਕੋਰ ਕਮੇਟੀ ਦੇ ਵਿੱਚ। ਇੱਕ ਗੱਲ ਕਲੀਅਰ ਹੈ ਕਿ ਅਕਾਲੀ ਦਲ ਦੇ ਸੰਵਿਧਾਨ 'ਚ ਕੋਰ ਕਮੇਟੀ ਦਾ ਕੋਈ ਵਜੂਦ ਨਹੀਂ ਹੈ। ਉੱਥੇ ਵਰਕਿੰਗ ਕਮੇਟੀ ਹੈ, ਉੱਥੇ ਪੋਲੀਟੀਕਲ ਅਫੇਅਰਜ਼ ਕਮੇਟੀ ਹੈ, ਉੱਥੇ ਬਾਕੀ ਦੀਆਂ ਕਮੇਟੀਆਂ ਨੇ। ਇਹ ਇੱਕ ਆਪਣੀ ਸੁਵਿਧਾ ਦੇ ਲਈ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਇਨਫਾਰਮਲ ਤਰੀਕੇ ਦਾ, ਗੈਰ ਰਸਮੀ ਤਰੀਕੇ ਦਾ ਇੱਕ ਸੀਨੀਅਰ ਲੀਡਰਾਂ ਦਾ ਗਰੁੱਪ ਬਣਾਇਆ ਹੋਇਆ ਸੀ, ਜਿਹਦੇ 'ਚ ਚਰਚਾ ਹੁੰਦੀ ਹੈ, ਜਿਹਦੇ 'ਚ ਬਾਕੀ ਦੀਆਂ ਗੱਲਾਂ ਹੁੰਦੀਆਂ। ਹੁਣ ਸਵਾਲ ਇਹ ਹੈ, ਜਦੋਂ ਵੀ ਅਕਾਲੀ ਦਲ ਦੀ ਇਹਨਾਂ ਨੋਮੀਨੇਸ਼ਨਾਂ ਨੂੰ ਦੇਖਿਆ ਜਾਏਗਾ ਤਾਂ ਉਹਦਾ ਪੈਮਾਨਾ ਕੀ ਹੋਏਗਾ, ਕਿਹੜੀ ਕਸਵੱਟੀ ਤੇ ਦੇਖਿਆ ਜਾਵੇ। ਉਹਦੀ ਕਸਵੱਟੀ ਮੰਨੀ ਜਾ ਰਹੀ ਹੈ ਝੁੰਦਾ ਕਮੇਟੀ ਦੀ ਰਿਪੋਰਟ। ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਮੰਨੀਆਂ। ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਢਾਂਚਾ ਭੰਗ ਕਰਤਾ ਸੀ ਪ੍ਰਧਾਨ ਜੀ ਨੇ, ਫਿਰ ਰੌਲਾ ਪਿਆ ਕਿ ਤੁਹਾਨੂੰ ਤਾਂ ਇਹ ਹੱਕ ਹੀ ਨਹੀਂ, ਇਹ ਤਾਂ ਵਰਕਿੰਗ ਕਮੇਟੀ ਭੰਗ ਕਰ ਸਕਦੀ ਹੈ। ਫਿਰ ਕਹਿੰਦੇ ਗਲਤੀ ਹੋ ਗਈ, ਮਤਲਬ ਪ੍ਰੈਸ ਨੋਟ 'ਚ ਗਲਤੀ ਹੋ ਗਈ ਸੀ, ਅਸਲ ਦੇ ਵਿੱਚ ਵਰਕਿੰਗ ਕਮੇਟੀ ਬਹਾਲ ਹੈ ਤੇ ਪ੍ਰਧਾਨ ਜੀ ਵੀ ਹੈਗੇ ਨੇ। ਔਰ ਹੁਣ ਇਹ ਕਿਹਨੇ ਅਧਿਕਾਰ ਦਿੱਤਾ ਵਰਕਿੰਗ ਕਮੇਟੀ ਤੋਂ ਬਿਨਾਂ ਦੁਬਾਰਾ ਕਿ ਤੁਸੀਂ ਸਾਰੀਆਂ ਚੀਜ਼ਾਂ ਨੋਮੀਨੇਟ ਕਰ ਲਿਆ ਕਰੋ, ਇਜਲਾਸ ਨਾ ਹੋਵੇ, ਜਨਰਲ ਇਜਲਾਸ ਨਾ ਹੋਵੇ। ਉਸ ਕਰਕੇ ਸਵਾਲ ਉੱਠ ਰਹੇ ਨੇ ਕਿ ਇੱਕ ਉਸੇ ਝੁੰਦਾ ਕਮੇਟੀ ਦੇ ਕੁਝ ਸੱਜਣ ਉਹਦੇ 'ਚ ਪਾ ਲਏ ਗਏ ਨੇ। ਮੇਰੀ ਕਈਆਂ ਨਾਲ ਗੱਲ ਹੋਈ ਉਹਨਾਂ 'ਚੋਂ ਜਿਹੜੀ ਝੁੰਦਾ ਕਮੇਟੀ ਦੇ ਅੱਜ ਵੀ ਮੈਂਬਰ ਸੀ, ਉਹਨਾਂ 'ਚੋਂ ਜਿਹੜੇ ਪਾ ਲਏ ਗਏ ਨੇ, ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੇ 10 ਕੁ ਬੰਦੇ ਪਾਏ ਨੇ ਨਿਚਲੇ 24 'ਚੋਂ ਹੇਠਲੇ, ਉਹਨਾਂ ਤੇ ਤਾਂ ਸਹਿਮਤੀ ਹੋਇਆ, ਉਹਨਾਂ ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਅਕਾਲੀ ਦਲ ਦੇ ਅੰਦਰ ਵੀ ਤੇ ਬਾਹਰ ਵੀ ਇਤਰਾਜ਼ ਤਾਂ ਉੱਪਰਲਿਆਂ ਤੇ ਸੀਗਾ। ਚਲੋ ਉਹਨਾਂ ਕੁ ਵਿੱਚ ਪਤਾ ਨਹੀਂ ਹੁਣ ਮਿਲਾਵਟ ਚੱਲ ਜੂ ਜਾਂ ਨਹੀਂ ਚੱਲ ਜੂ। ਜਿਹੜੀ ਸੀਨੀਅਰ ਲੀਡਰਸ਼ਿਪ ਸੀ, ਵਰਕਰ ਇਹ ਚਾਹੁੰਦੇ ਸੀ ਕਿ ਇੱਕ ਵਾਰ ਉਹ ਓਵਰਹਾਲਿੰਗ ਹੋਵੇ। ਉਹਨਾਂ ਨੂੰ ਪਰਿਵਾਰਵਾਦ ਦੇ ਢਾਂਚੇ ਤੇ ਪਲੱਸ ਇਹਦੇ ਤੇ ਇੱਕ ਇਤਰਾਜ਼ ਸੀਗਾ। ਉਹ ਇਤਰਾਜ਼ ਤਾਂ ਹੁਣ ਦੂਰ ਹੁੰਦਾ ਅਜੇ ਨਹੀਂ ਨਜ਼ਰ ਆ ਰਿਹਾ ਕਿ ਉਹ ਝੁੰਦਾ ਕਮੇਟੀ ਦਾ ਜਿਹੜਾ ਬੁਨਿਆਦੀ ਸਵਾਲ ਸੀ ਕਿ ਡੈਮੋਕ੍ਰੈਟਿਕ ਤਰੀਕੇ ਦੀਆਂ ਇਲੈਕਸ਼ਨਾਂ ਹੋਣ, ਉਹਦੇ ਚੋਂ ਚੋਣ ਹੋਵੇ, ਨਵੀਂ ਲੀਡਰਸ਼ਿਪ ਸਾਹਮਣੇ ਆਵੇ, ਤੇ ਇਹਦੇ ਨਾਲ ਜੁੜੀਆਂ ਬਾਕੀ ਗੱਲਾਂ ਤਾਂ ਹੋਰ ਬਹੁਤ ਨੇ ਜਿਹੜੀਆਂ ਚਾਹੇ ਉਹ
ਧਾਰਮਿਕ ਐਂਗਲ ਤੋਂ ਪਛਾਤਾਪ ਕਰਨ ਦਾ ਮਤਲਬ ਹੋਵੇ, ਚਾਹੇ ਰਾਜਸੀ ਨਿਸ਼ਾਨਾ ਤੈਅ ਕਰਨ ਦਾ ਮਤਲਬ ਹੋਵੇ ਕਿ ਅਕਾਲੀ ਦਲ ਅੱਗੇ ਰਾਜਨੀਤਿਕ ਤੌਰ ਤੇ ਕਿਹੜੇ ਨਿਸ਼ਾਨੇ ਨੂੰ ਲੈ ਕੇ, ਕੀ ਅਨੰਦਪੁਰ ਸਾਹਿਬ ਦੇ ਮਤੇ ਤੇ ਖੜਾ ਹੈ, ਉਦੋਂ ਕੁਝ ਨੀਚੇ ਖੜਾ ਹੈ, ਉਦੋਂ ਕੁਝ ਉੱਪਰ ਖੜਾ ਹੈ, ਕਿਹੜੀ ਰਾਜਨੀਤਿਕ ਨਿਸ਼ਾਨੇ ਤੇ ਖੜਾ ਹੈ, ਉਹ ਸਾਰੀਆਂ ਚੀਜ਼ਾਂ ਤਾਂ ਅਜੇ ਦੂਰ ਨੇ। ਜਥੇਬੰਦਕ ਢਾਂਚੇ ਦੇ ਵਿੱਚ ਵੀ ਇੱਕ ਗੱਲ ਫੁਗਾਈ ਹੈ ਕਿ ਉਹ ਇਸ ਪੱਧਰ ਦਾ ਹੋ ਗਿਆ, ਇਹਦੇ ਚ ਜ਼ਿਆਦਾਤਰ ਉਹ ਬੰਦੇ ਨੇ ਜਿਹੜੇ ਸੁਖਬੀਰ ਨੂੰ ਬਹੁਤ ਜ਼ਿਆਦਾ ਡਿਫੈਂਡ ਕਰਦੇ ਰਹੇ, ਸੁਖਬੀਰ ਸਿੰਘ ਬਾਦਲ ਨੂੰ ਵੱਖ-ਵੱਖ ਮੀਟਿੰਗਾਂ ਦੇ ਵਿੱਚ ਵੀ, ਵੱਖ-ਵੱਖ ਜਗ੍ਹਾ ਦੇ ਵਿੱਚ ਵੀ, ਜਿਹੜੀਆਂ ਬਾਕੀ ਚੀਜ਼ਾਂ ਨੇ, ਕਿਉਂਕਿ ਇਹਦੇ ਚੋਂ ਕਈ ਚੀਜ਼ਾਂ ਨਿਕਲ ਗਏ, ਕਈ ਲੋਕ ਨਿਕਲ ਗਏ। ਜਿਵੇਂ ਹੁਣ ਇਸਤਰੀ ਅਕਾਲੀ ਦਲ ਨਹੀਂ ਹੈ, ਉਹਨਾਂ ਨੇ ਇੱਕ ਨੋਮੀਨੇਟਡ ਰੱਖ ਲਿਆ ਕਿ ਜਿਹੜੀ ਵੀ ਪ੍ਰਧਾਨ ਬਣੂਗੀ ਉਹ ਇਹਦੀ ਮੈਂਬਰ ਰਹੇਗੀ। ਯੂਥ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ, ਇੱਕ ਖਾਲੀ ਰੱਖ ਲਈ ਹੈ ਕਿ ਉਹ ਮੈਂਬਰ ਰਹੂਗਾ, ਜਿਹੜਾ ਵੀ ਯੂਥ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਉਹਨੂੰ ਅਸੀਂ ਇਹਦਾ ਮੈਂਬਰ ਬਣਾ ਲਾਂਗੇ। ਔਰ ਇਸੇ ਅਕਾਲੀ ਦਲ ਨਾਲ ਮੈਨੂੰ ਪਹਿਲੀ ਵਾਰ ਇੱਕ ਗੱਲ ਤਬਦੀਲੀ ਵੀ ਲੱਗੀ ਹੈ ਕਿ ਕੋਰ ਕਮੇਟੀ ਚ ਨਾਰਮਲੀ ਜਿਹੜਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਅਕਾਲੀ ਦਲ ਦਾ ਹੁੰਦਾ ਸੀ, ਐਤਕੀ ਧਾਮੀ ਸਾਹਿਬ ਨਜ਼ਰ ਨਹੀਂ ਆਏ 24 ਮੈਂਬਰਾਂ ਦੇ ਵਿੱਚ। ਇਹ ਕੋਈ ਤਬਦੀਲੀ ਹੈ, ਇਹਦੀ ਪਤਾ ਨਹੀਂ ਕੀ ਗੱਲ ਹੈ, ਇਹਦੇ ਪਿੱਛੇ ਕਿਹੜੀ ਸੋਚ ਹੈ, ਕੀ ਸਾਰਿਆਂ ਦਾ ਮਤਲਬ ਹੋਇਆ। ਇਹ ਕੁਝ ਮਾਮਲੇ ਨੇ ਜਿਹਦੇ ਚ ਮਤਲਬ ਇਸ ਦੀ ਬਣਤਰ ਤੋਂ ਇਹ ਲੱਗਦਾ ਕਿ ਬਣਤਰ ਨਾਮਜ਼ਦ ਟਾਈਪ ਦੀ ਹੈ, ਡੈਮੋਕ੍ਰੈਟਿਕ ਨਹੀਂ ਜੀ। ਪ੍ਰੋਫੈਸਰ ਖਾਲਦ ਸਾਹਿਬ, ਮੈਨੂੰ ਇਹ ਜ਼ਰੂਰ ਦੱਸਿਓ ਕਿ ਜਿਹੜੀ ਉਮੀਦ ਨਾਲ ਢਾਂਚਾ ਭੰਗ ਕੀਤਾ ਗਿਆ, ਜਿਸ ਤਰ੍ਹਾਂ ਦੀ ਮੰਗ ਉੱਠ ਰਹੀ ਸੀ, ਔਰ ਕਾਲੀ ਦੇ ਵਿੱਚ ਪ੍ਰਧਾਨ ਸਾਹਿਬ ਨੇ ਉਹ ਸਭ ਭੰਗ ਕੀਤੇ ਸੀ, ਅਹੁਦੇਦਾਰੀਆਂ ਤੋਂ ਲੈ ਕੇ ਜਿੰਨੇ ਵੀ ਇਹਦੇ ਅੰਗ ਸੀਗੇ, ਅੱਜ ਦੁਬਾਰਾ ਗਠਨ ਕਰਦਿਆਂ ਕੁਝ ਵੱਖਰਾ ਹੈ। ਦੇਖੋ, ਇਦਾਂ ਹੈ, ਮੈਨੂੰ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਹਨੇਰੇ ਦੇ ਵਿੱਚ ਹੱਥ ਪੈਰ ਮਾਰਨ ਵਾਲੀ ਗੱਲ ਹੈ। ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਤੁਸੀਂ ਕੋਰ ਕਮੇਟੀ ਭੰਗ ਕੀਤੀ, ਉਹਨੂੰ ਚੈਲੰਜ ਕੀਤਾ, ਬੀਬੀ ਜਗੀਰ ਕੌਰ ਨੇ ਹਰ ਚੀਜ਼ ਨੂੰ ਚੈਲੰਜ ਕੀਤਾ, ਜਿਸ ਵੇਲੇ ਉਹਨਾਂ ਨਾਲ ਇਸ ਵੇਲੇ ਐਸਜੀਪੀਸੀ ਦੇ ਇਲੈਕਸ਼ਨ ਦੇ ਉੱਪਰ ਮਤਭੇਦ ਹੋਇਆ। ਲੇਕਿਨ ਇਹ ਜਿਹੜਾ ਤੁਸੀਂ ਕਰ ਰਹੇ ਹੋ, ਉਹਦੇ ਵਿੱਚ ਜਿਹੜੀ ਹਮੀਰ ਸਿੰਘ ਜੀ ਨੇ ਕਿਹਾ ਇੰਟਰਨਲ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਆਪਾਂ ਦੇਖ ਰਹੇ ਹਾਂ ਅਕਾਲੀ ਦਲ ਦੇ ਵਿੱਚੋਂ ਬਿਲਕੁਲ ਨਦਾਰਦ ਹੋ ਚੁੱਕੀਆਂ, ਖਤਮ ਹੋ ਚੁੱਕੀਆਂ। ਇੱਕ ਤਾਂ ਲੋਕ ਇਹ ਵਿਸ਼ਵਾਸ ਹੀ ਨਹੀਂ ਕਰਨ ਨੂੰ ਤਿਆਰ ਹਨ ਕਿ ਕਿਸੇ ਪ੍ਰਕਾਰ ਦੀ ਵੀ ਅੰਸ਼ਕ ਰੂਪ ਦੇ ਵਿੱਚ ਵੀ ਲੋਕਤੰਤਰ, ਇੰਟਰਨਲ ਲੋਕਤੰਤਰ ਜਿਹੜਾ ਹੈਗਾ ਅਕਾਲੀ ਦਲ ਦੇ ਵਿੱਚ ਬਚਿਆ ਹੋਇਆ। ਲੋਕ ਕਿੰਨਾ ਮਰਜ਼ੀ ਉਹ ਕਰ ਲਓ, ਕਹਿੰਦੇ ਜਿਸ ਵੇਲੇ ਸਿਰ ਦੇ ਉੱਪਰ ਉਹੀ ਬੰਦਾ ਬੈਠਾ ਹੈ, ਉਹੀ ਪਰਿਵਾਰਵਾਦ ਜਿਹਦੇ ਪਿੱਛੇ ਇਹ ਝੁੰਦਾਸ ਕਮੇਟੀ ਔਰ ਹੋਰ ਸਾਰਿਆਂ ਨੇ ਕਿਹਾ, ਅਗਰ ਉਹ ਚੱਲਦਾ ਰਹੇਗਾ ਤਾਂ ਇਹ ਕਾਸਮੈਟਿਕ ਸਿਰਫ ਲੈਵਲ ਤੇ ਬਦਲਾਵ ਹੈ। ਬਦਲਾਵ ਵੀ ਨਹੀਂ ਮੈਂ ਇਹਨੂੰ ਕਹਾਂਗਾ, ਉਸੇ ਚੀਜ਼ ਨੂੰ ਦੁਬਾਰਾ ਕਰਨ ਦੀ ਗੱਲ ਹੈਗੀ ਹੈ। ਜਦ ਤੱਕ ਤੁਸੀਂ ਜਿਹੜਾ ਕਿਹਾ ਸੀਗਾ ਵਾਰਡ ਲੈਵਲ ਤੇ, ਬਲਾਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਤਹਿਸੀਲ ਲੈਵਲ ਤੇ ਪਹੁੰਚ ਕੇ ਉੱਥੇ ਦੇ ਵਰਕਰ ਨੂੰ ਮੋਟੀਵੇਟ ਤੇ ਐਕਟੀਵੇਟ ਨਹੀਂ ਕਰੋਗੇ, ਉਹਨਾਂ ਦੇ ਵਿੱਚੋਂ ਲੀਡਰਸ਼ਿਪ ਕੱਢ ਕੇ ਨਹੀਂ ਲੈ ਕੇ ਆਵੋਗੇ, ਉਸ ਵੇਲੇ ਤੱਕ ਤੁਸੀਂ ਉੱਪਰਲੇ ਲੈਵਲ ਤੇ ਕੋਈ ਮਰਜ਼ੀ ਹੇਰ ਫੇਰ ਕਰੀ ਚੱਲੋ, ਜਿਹੜਾ ਟਰਸਟ ਡੈਫਿਸਿਟ ਬਣਿਆ ਹੋਇਆ ਲੋਕਾਂ ਦੇ ਵਿੱਚ ਉਹ ਬਣਿਆ ਰਹੇਗਾ। ਨੰਬਰ 1। ਦੂਸਰੀ ਚੀਜ਼, ਜਿਸ ਵੇਲੇ ਤੱਕ ਤੁਸੀਂ ਅਕਾਲੀ ਦਲ ਕਹਿੰਦੇ ਹੋ ਜੀ ਤੁਸੀਂ ਨੇਸ਼ਨ ਦੀ, ਰਾਸ਼ਟਰ ਦੀ ਵਿਰਾਸਤ ਹੈ, ਦੇਸ਼ ਦੀ ਵਿਰਾਸਤ ਹੈ, ਪੰਜਾਬ ਦੀ ਵਿਰਾਸਤ ਹੈ, ਅਸੀਂ ਐਗਰੀ ਕਰਦੇ ਹਾਂ। ਲੇਕਿਨ ਕਿਆ ਉਸ ਵਿਰਾਸਤ ਦਾ ਜਿਹੜਾ ਏਜੰਡਾ ਹੈ, ਜਿਹੜਾ ਤੁਸੀਂ ਖੋਰਾ ਲਾ ਕੇ ਨੈਸ਼ਨਲ ਪੋਲੀਟੀਕਲ ਪਾਰਟੀਜ਼ ਦੇ ਪਿਛਲਗੂ ਬਣ ਕਰਕੇ ਖਤਮ ਕਰ ਚੁੱਕੇ ਹੋ, ਉਸ ਚੀਜ਼ ਨੂੰ ਤੁਸੀਂ ਦੁਬਾਰਾ ਆਪਣੇ ਕੋਰ ਏਜੰਡੇ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਤਿਆਰ ਹੋ। ਇੱਕ ਪਾਸੇ ਤਾਂ ਤੁਸੀਂ ਮੌਕਾ ਲੱਭ ਰਹੇ ਹੋ ਕਿ ਕਿਵੇਂ ਅਸੀਂ ਸੱਤਾ ਦੇ ਵਿੱਚ ਫੇਰ ਭਾਗੀਦਾਰੀ ਆਪਣੀ ਐਸਟੈਬਲਿਸ਼ ਕਰੀਏ ਸੈਂਟਰ ਦੇ ਵਿੱਚ, ਦੂਜੇ ਪਾਸੇ ਤੁਸੀਂ ਜਿਹੜਾ ਹੈਗਾ ਲੋਕਾਂ ਨੂੰ ਇਹ ਦਿਖਾ ਰਹੇ ਹੋ ਕਿ ਨਹੀਂ ਜੀ ਨਹੀਂ, ਅਸੀਂ ਤਾਂ ਫੈਡਰਲ ਸਟਰਕਚਰ ਦੇ ਮੁਤਾਬਕ ਚੱਲਣਾ ਚਾਹੁੰਦੇ ਹੋ। ਨਹੀਂ, ਜਦ ਤੱਕ ਤੁਸੀਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਦਿਲਾਓਗੇ ਕਿ ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੋਵੇ, ਚਾਹੇ ਉਹ ਸਟੇਟ ਦੀ ਆਟੋਨੋਮੀ ਦਾ ਮਸਲਾ ਹੋਵੇ, ਚਾਹੇ ਉਹ ਫੈਡਰਲ ਸਟਰਕਚਰ ਨੂੰ ਜਿਹੜੀ ਢਾਲ ਲੱਗੀ ਹੈ ਉਹਦੇ ਅਗੇਂਸਟ ਖੜੇ ਹੋਣ ਦੀ ਗੱਲ ਹੋਵੇ, ਜਦ ਤੱਕ ਲੋਕਾਂ ਨੂੰ ਉਸ ਚੀਜ਼ ਦੇ ਉੱਪਰ ਵਿਸ਼ਵਾਸ ਨਹੀਂ ਦਿਲਾਓਗੇ ਕਿ ਹਾਂ ਅਸੀਂ ਖੜੇ ਹਾਂ, ਲੋਕ ਤੁਹਾਡੇ ਵੱਲ ਮੁੜਨ ਵਾਸਤੇ ਤਿਆਰ ਨਹੀਂ ਹੋਣਗੇ। ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਸਾਰਾ ਜਿਹੜਾ ਹੈਗਾ ਇਹ ਇੱਕ ਜਿਹਨੂੰ ਆਪਾਂ ਕਹਿੰਦੇ ਆ ਥੋੜੇ ਮਤਲਬ 2-4 ਲੋਕਾਂ ਦਾ ਮਿਲ ਕੇ ਬੈਠ ਕੇ ਇਹ ਗੱਲ ਸਾਰੀ ਹੋਈ ਹੈ। ਅਦਰਵਾਈਜ਼ ਆਮ ਜਿਹੜਾ ਅਕਾਲੀ ਵਰਕਰ ਹੈ, ਆਮ ਜਨਤਾ ਹੈ, ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਔਰ ਇਹੀ ਚੀਜ਼ ਜਿਹੜੀ ਹੈਗੀ ਹੈ ਉਹ ਅੱਗੇ ਵੀ ਚੱਲੇਗੀ। ਇਹਦੇ ਨਾਲ ਜਿਹੜਾ ਆਪਾਂ ਕਹਿੰਦੇ ਆ ਕਿ 2017 ਚ 2022 ਚ ਬਿਲਕੁਲ ਹੀ ਖਤਮ ਹੋ ਗਿਆ,
ਇਹ ਹੋਰ ਨਿਗਾਰ ਵੱਲ ਜਾਣ ਵਾਲੀ ਸਿਚੁਏਸ਼ਨ ਹੈ। ਇਹਦੇ ਵਿੱਚੋਂ ਮੋੜਾ ਪੈਣ ਵਾਲੀ ਗੱਲ ਮੈਨੂੰ ਕਿਤੇ ਨਜ਼ਰ ਨਹੀਂ ਆ ਰਹੀ। ਪ੍ਰੋਫੈਸਰ ਜੋਧਕਾ ਸਾਹਿਬ, ਇਸ ਅਕਾਲੀ ਦਲ ਦੀ ਮੌਜੂਦਾ ਦੌਰ ਦੀ ਲੀਡਰਸ਼ਿਪ ਦੇ ਖਿਲਾਫ ਰਿਵੋਲਟ ਹੁੰਦਾ ਹੈ, ਝੁੰਦਾ ਕਮੇਟੀ ਬਣਾਈ ਜਾਂਦੀ ਹੈ, ਉਸ ਤੋਂ ਬਾਅਦ ਢਾਂਚੇ ਭੰਗ ਹੁੰਦੇ ਆ ਤੇ ਅੱਜ ਢਾਂਚਾ ਮੁੜ ਕੇ ਅੰਸ਼ਿਕ ਰੂਪ ਚ ਬਹਾਲ ਕਰਤਾ। ਇਸ ਸਾਰੇ ਸੀਨ ਨੂੰ ਤੁਸੀਂ ਕਿਵੇਂ ਦੇਖਿਆ? ਔਖਾ ਸਵਾਲ ਹੈਗਾ, ਕਿਉਂਕਿ ਇਹਦੇ ਵਾਸਤੇ ਤੁਹਾਨੂੰ ਨੇੜੇ ਹੋਣਾ ਜ਼ਰੂਰੀ ਹੈਗਾ, ਕਿਉਂਕਿ ਇੰਟਰਨਲ ਜਿਹੜੀਆਂ ਪ੍ਰੋਸੈਸ ਹੈਗੇ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਜ਼ਿਆਦਾ ਪਤਾ ਨਹੀਂ ਹੈਗਾ। ਪਰ ਜੇ ਵੈਸੇ ਦੂਰੋਂ ਦੇਖਿਆ ਜਾਏ, ਪੰਜਾਬ ਨੂੰ ਰੀਜਨਲ ਪਾਰਟੀ ਦੀ ਲੋੜ ਹੈਗੀ। ਪੰਜਾਬ ਇੱਕ ਬੜਾ ਵੱਖਰੇ ਤਰ੍ਹਾਂ ਦਾ ਰੀਜਨ ਹੈਗਾ, ਜਿਹਦੇ ਵਿੱਚ ਇੱਕ ਆਪਣੀ ਜਿਹੜੀ ਵੱਖਰੀ ਹੋਂਦ ਕਰਕੇ ਉਸ ਦੀ ਇੱਕ ਕਾਫੀ ਸਟਰੋਂਗ ਆਈਡੈਂਟੀਟੀ ਹੈਗੀ। ਇਹ ਮਤਲਬ ਇਹਦੇ ਕੋਈ ਸ਼ੱਕ ਦੀ ਗੱਲ ਨਹੀਂ। ਦੂਜਾ ਇੱਕ ਹੋਰ ਪਹਿਲੂ ਵੀ ਪੰਜਾਬ ਦਾ ਹੈਗਾ ਕਿ ਇੱਥੇ ਪੰਥਕ ਇਸ਼ੂ ਹੈਗੇ, ਤੇ ਪੰਥਕ ਇਸ਼ੂ ਜਿਹੜੇ ਹੈਗੇ ਉਹ ਸਿਰਫ ਧਾਰਮਿਕ ਇਸ਼ੂ ਨਹੀਂ ਹੈਗੇ, ਰਿਲੀਜੀਅਸ ਇਸ਼ੂ ਨਹੀਂ ਹੈਗੇ, ਉਹ ਪੋਲੀਟੀਕਲ ਇਸ਼ੂ ਵੀ ਹੈਗੇ। ਤੇ ਸਿੱਖ ਕਮਿਊਨਿਟੀ ਪੋਲੀਟੀਕਲੀ ਬੜੀ ਸੈਲਫ ਕੌਨਸ਼ੀਅਸ ਹੈਗੀ, ਤੇ ਉਹਨਾਂ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ, ਆਪਣੀ ਹੋਂਦ ਨੂੰ ਲੈ ਕੇ, ਆਪਣਾ ਜਿਹੜਾ ਉਹਨਾਂ ਦੀ ਕੌਣ ਕਰੇਗਾ ਨੁਮਾਇੰਦਗੀ, ਉਹਨੂੰ ਲੈ ਕੇ ਬੜੇ ਸੈਲਫ ਕੌਨਸ਼ੀਅਸ ਹੈਗੇ। ਤੇ ਸਿੱਖ ਕੌਮ ਨੂੰ ਮਤਲਬ ਉਸ ਨੂੰ ਲੈ ਕੇ, ਜਿਵੇਂ ਅਸੀਂ ਦੇਖਿਆ ਪਿੱਛੇ ਉਹਨਾਂ ਨੇ ਜਿਵੇਂ ਮਾਨ ਸਾਹਿਬ ਨੂੰ ਇਲੈਕਟ ਕੀਤਾ ਸੀਗਾ, ਉਹਨਾਂ ਨੂੰ ਲੱਗਿਆ ਕਿ ਆਪ ਵਾਲੇ ਜਿਹੜੇ ਹੈਗੇ ਕੁਝ ਜ਼ਿਆਦਾ ਹੀ ਵੱਖਰੇ, ਉਹ ਨੈਸ਼ਨਲਿਸਟ ਹੋਈ ਜਾ ਰਿਹਾ। ਇਮੀਡੀਏਟਲੀ ਉਹਨਾਂ ਨੇ ਸਿਗਨਲ ਦਿੱਤਾ। ਇੰਟਰਨਲ ਡੈਮੋਕ੍ਰੇਸੀ ਵਾਲੀ ਵੀ ਗੱਲ ਮੈਨੂੰ ਜਿਹੜੀ ਹੈਗੀ ਉਹ ਬੜੀ ਇੰਪੋਰਟੈਂਟ ਹੈਗੀ। ਪਰ ਵੈਸੇ ਦੇਖਿਆ ਜਾਏ, ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਇੰਡੀਆ ਦੇ ਵਿੱਚ, ਕੋਈ ਵੀ ਪੋਲੀਟੀਕਲ ਪਾਰਟੀ ਦੀ ਇਹੋ ਜਿਹੀ ਨਹੀਂ ਹੈਗੀ ਜਿਹਦੇ ਕੋਈ ਇੰਟਰਨਲ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਹੋਵੇ। ਆਰਗੇਨਾਈਜੇਸ਼ਨਲੀ ਹੈਗੀ, ਬੀਜੇਪੀ ਕਾਫੀ ਸਟਰੋਂਗ ਹੈਗੀ, ਜਾਂ ਬਾਕੀ ਥੋੜੀਆਂ ਰੀਜਨਲ ਪਾਰਟੀਆਂ ਥੋੜੀਆਂ ਬਹੁਤੀਆਂ ਸਟਰੋਂਗ ਹੈਗੀਆਂ। ਕੋਈ ਅਕਾਲੀ ਦਲ ਦੀ ਕੋਈ ਬਹੁਤਾ ਜ਼ਿਆਦਾ ਉਸ ਨੂੰ ਲੈ ਕੇ ਉਹ ਮਤਲਬ ਮੈਨੂੰ ਲੱਗਦਾ ਨਹੀਂ ਕਿ ਇੰਟਰਨਲ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਇੰਡੀਅਨ ਪੋਲੀਟੀਕਲ ਕਲਚਰ ਦੇ ਵਿੱਚ ਅਜੇ ਆਈ ਹੈਗੀ। ਉਹਦਾ ਕੋਈ ਖਾਸ ਸਕੋਪ ਵੀ ਨਹੀਂ ਲੱਗਦਾ। ਹੁਣ ਅਕਾਲੀ ਦਲ ਆਪਣੇ ਆਪ ਨੂੰ ਕਿਵੇਂ ਰੀਇਨਵੈਂਟ ਕਰੇ? ਕ੍ਰਾਈਸਿਸ ਤਾਂ ਕਾਫੀ ਸੀਰੀਅਸ ਹੈਗਾ। ਹੁਣ ਉਹ ਦੇਖਣਾ ਇਹ ਪਏਗਾ ਕਿ ਉਹ ਕਿਵੇਂ ਸੋਚ ਰਿਹਾ। ਕ੍ਰਾਈਸਿਸ ਹੈਗਾ ਕੀ ਅਕਾਲੀ ਦਲ ਦਾ? ਸਿਰਫ ਲੀਡਰਸ਼ਿਪ ਦਾ ਕ੍ਰਾਈਸਿਸ ਹੈਗਾ, ਕਨੈਕਟ ਦਾ ਕ੍ਰਾਈਸਿਸ ਹੈਗਾ, ਰਿਪਰੈਜ਼ੈਂਟੇਸ਼ਨਲ ਕ੍ਰਾਈਸਿਸ ਹੈਗਾ? ਮੈਨੂੰ ਲੱਗਦਾ ਕਈ ਜਗ੍ਹਾ ਤੇ ਕ੍ਰਾਈਸਿਸ ਹੈਗਾ। ਸਭ ਤੋਂ ਵੱਡਾ ਕ੍ਰਾਈਸਿਸ ਜਿਹੜਾ ਹੈਗਾ ਉਹਦਾ ਅਕਾਲੀ ਦਲ ਦਾ ਜਿਹੜਾ ਉਹ ਸੀਗੀ ਸੋਸ਼ਲ ਬੇਸ ਸੀਗਾ, ਉਹ ਕਾਫੀ ਬਦਲ ਗਿਆ। ਇੱਕ ਤਾਂ ਜਿਹੜਾ ਪੰਥਕ ਇਸ਼ੂ ਸੀਗੇ, ਪੰਥਕ ਇਸ਼ੂ ਬਦਲ ਗਿਆ, ਤੇ ਉਹਦੇ ਨਾਲ ਅਕਾਲੀ ਦਲ ਦਾ ਜਿਹੜਾ ਕਨੈਕਟ ਸੀਗਾ ਉਹ ਟੁੱਟ ਗਿਆ ਕਿਸੇ ਨਾਲ। ਜਿਹੜਾ ਪਹਿਲੇ ਖਾਲਿਦ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਕਿਸੇ ਨਾ ਕਿਸੇ ਤਰੀਕੇ ਪੰਥ ਜਿਹੜਾ ਹੈਗਾ ਉਹ ਅਕਾਲੀ ਦਲ ਨੂੰ ਆਈਡੈਂਟੀਫਾਈ ਨਹੀਂ ਕਰਦਾ ਕਿ ਇਹ ਸਾਡੇ ਲੈਜੀਟੀਮੇਟ ਲੀਡਰ ਹੈਗੇ ਜਾਂ ਇਹਨਾਂ ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ। ਉਹਦੇ ਪਰਿਵਾਰ ਦੇ ਨਾਲ ਇੰਨਾ ਓਵਰ ਆਈਡੈਂਟੀਫਿਕੇਸ਼ਨ ਹੋ ਗਿਆ ਕਿ ਪੰਥ ਨੇ they have given up on ਅਕਾਲੀ ਦਲ ਬਾਈ ਐਂਡ ਲਾਰਜ, ਜਿਹੜੇ ਮੈਨੂੰ ਲੱਗਦੀ ਹੈਗੀ। ਤੇ ਉਸ ਕਨੈਕਟ ਵਾਸਤੇ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ, ਤੇ ਇਹ ਕੁਝ ਕਰਨ ਦੀ ਲੱਗਦਾ ਵੀ ਨਹੀਂ ਕਿ ਕੁਝ ਕਰ ਰਹੇ ਨੇ। ਉਸ ਦੇ ਵਾਸਤੇ ਤੁਹਾਨੂੰ ਫਿਰ ਕਿਸੇ ਨਾ ਕਿਸੇ ਇੱਕ ਅੰਦੋਲਨ ਮੋਡ ਜਾਣਾ ਪੈਣਾ, ਮੂਵਮੈਂਟ ਦੇ ਮੋਡ ਜਾਣਾ ਪੈਣਾ। ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਉਹ ਸਿੱਖੀ ਦਾ ਸੈਂਟੀਮੈਂਟ ਮੋਬਿਲਾਈਜ਼ ਕਰਕੇ ਉਹਨੂੰ ਇੱਕ ਨਵੀਂ ਡਾਇਰੈਕਸ਼ਨ ਦੇਣੀ ਪੈਣੀ ਹੈ ਕਿ ਇਸ ਤਰੀਕੇ ਨਾਲ ਅਸੀਂ ਸਿੱਖੀ ਦੇ ਇਸ਼ੂਜ਼ ਨੂੰ ਆਈਡੈਂਟੀਫਾਈ ਕਰ ਰਹੇ ਹਾਂ, ਤੁਸੀਂ ਸਾਡੇ ਨਾਲ ਲੱਗੋ। ਦਿਸ ਇਜ਼ ਦ ਬੈਸਟ ਵੇ ਟੂ ਆਈਡੈਂਟੀਫਾਈ। ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ, ਅੱਜ ਦੇ ਫੈਡਰਲ ਸਟਰਕਚਰ ਦੇ ਵਿੱਚ, ਅੱਜ ਦੀ ਗਲੋਬਲਾਈਜ਼ਡ ਰਿਐਲਿਟੀਜ਼ ਦੇ ਵਿੱਚ ਕੌਮ ਦੀ ਜਿਹੜੀ ਆਪਣੀ ਆਈਡੈਂਟੀਟੀ ਚੇਂਜ ਹੋ ਰਹੀ ਹੈ, ਕੌਮ ਦੀ ਆਪਣੀ ਜਿਹੜੀ ਉਹ ਸਮਾਜਿਕਤਾ ਤੇ ਆਰਥਿਕਤਾ ਚੇਂਜ ਹੋ ਰਹੀ ਹੈ, ਉਸ ਦੇ ਵਿੱਚ ਤੁਸੀਂ ਪੰਥਕ ਇਸ਼ੂ ਨੂੰ ਕਿਵੇਂ ਆਈਡੈਂਟੀਫਾਈ ਕਰੋਗੇ? ਉਹ ਕਾਫੀ ਇੱਕ ਔਖਾ ਕੰਮ ਹੈਗਾ, ਪਰ ਉਹ ਕਰਨਾ ਜ਼ਰੂਰੀ ਹੈਗਾ। ਤਾਂ ਹੀ ਲੋਕ ਉਹਨਾਂ ਨੂੰ ਸੈਂਟੀਮੈਂਟਲੀ ਕਨੈਕਟ ਕਰਨਗੇ, ਆਈਡੀਓਲੋਜੀਕਲੀ ਕਨੈਕਟ ਕਰਨਗੇ, ਹਾਂ ਵੀ ਇਹ ਸਾਡੇ ਰਿਪਰੈਜ਼ੈਂਟੇਟਿਵ ਹੈਗੇ। ਹੁਣ ਸਿੱਖ ਜਿਹੜੇ ਆਮ ਸਿੱਖ ਜਿਹੜਾ ਹੈਗਾ ਪੰਜਾਬ ਦਾ ਹੈਗਾ ਜਾਂ ਬਾਹਰ ਬੈਠਾ, ਉਹ ਕੋਈ ਇਹ ਨਹੀਂ ਦੇਖਦਾ ਕਿ ਹਾਂ ਵੀ ਬਾਦਲ ਸਾਨੂੰ ਰਿਪਰੈਜ਼ੈਂਟ ਕਰਦੇ ਆ। ਉਹਨੂੰ ਲੱਗਦਾ ਕਿ ਹਾਂ ਪੋਲੀਟੀਸ਼ੀਅਨ ਹੈਗੇ, ਸਭ ਕੁਝ ਜਿਵੇਂ ਬਾਕੀ ਪੋਲੀਟੀਸ਼ੀਅਨਸ ਕਰਦੇ ਆ ਇਹ ਵੀ ਕਰਦੇ ਹੈਗੇ। ਕੋਈ ਇੱਕ ਪੰਥਕ ਅਟੈਚਮੈਂਟ ਨਹੀਂ ਹੈਗੀ, ਪੰਥਕ ਉਹਦੀ ਜਿਹੜੀ ਹੈ ਨਾ ਆਪਣਾਪਨ ਉਹਨਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਅਕਾਲੀ ਦਲ ਦੀ ਜਿਹੜੀ ਕਰੰਟ ਲੀਡਰਸ਼ਿਪ ਨੂੰ ਲੈ ਕੇ। ਸੋ ਕ੍ਰਾਈਸਿਸ ਇਹਨਾਂ ਦਾ ਬਹੁਤ ਗਹਿਰਾ ਹੈਗਾ। ਮੈਨੂੰ ਲੱਗਦਾ ਅਜੇ ਤੱਕ ਇਹਨਾਂ ਨੇ ਉਸ ਨੂੰ ਆਈਡੈਂਟੀਫਾਈ ਤਾਂ ਕਰ ਲਿਆ, ਪਤਾ ਤਾਂ ਹੈਗਾ, ਲੀਡਰਸ਼ਿਪ ਨੂੰ ਪਤਾ ਵੀ ਹੈਗਾ, ਪਰ ਕਿਉਂਕਿ ਢਾਂਚਾ ਇਸ ਤਰ੍ਹਾਂ ਦਾ ਹੋ ਗਿਆ ਅਕਾਲੀ ਦਲ ਦਾ, ਸਾਰਾ ਜਿਹੜੇ ਫੰਡਿੰਗ ਹੈਗੀ ਉਹ ਪਰਿਵਾਰ ਕੋਲ ਹੈਗੀ, ਪਰਿਵਾਰਵਾਦ ਦੀ ਜਿਵੇਂ ਪੋਲਿਟਿਕਸ ਹੁੰਦੀ ਆ, ਉਹ ਉਸ ਨੂੰ ਛੱਡਣ ਨੂੰ ਤਿਆਰ ਹੈ ਨਹੀਂਗੇ, ਤੇ ਉਹਨਾਂ ਨੇ ਛੱਡਣੀ ਵੀ ਨਹੀਂ। ਤੇ ਇਸ ਵਾਸਤੇ ਮੈਨੂੰ ਲੱਗਦਾ ਨਹੀਂਗਾ ਕਿ ਇਮੀਡੀਏਟ ਫਿਊਚਰ ਦੇ ਵਿੱਚ ਅਕਾਲੀ ਦਲ ਦੇ ਵਾਸਤੇ ਕੁਝ ਬਚਿਆ ਹੈਗਾ, ਜਦੋਂ ਤੱਕ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਰੀਇਨਵੈਂਟ ਨਹੀਂ ਕਰਦੇ। ਉਹ ਰੀਇਨਵੈਂਟ ਕਰਨ ਵਾਸਤੇ ਜਿਹੜੀ ਉਹਨਾਂ ਦੀ ਪ੍ਰਾਇਮਰੀ ਕਨਸਟੀਚੁਐਂਸੀਜ਼ ਹੈਗੀਆਂ, ਦੋ ਜਿਹੜੀਆਂ ਹੈਗੀਆਂ, ਇੱਕ ਤਾਂ ਪੰਥਕ ਕਨਸਟੀਚੁਐਂਸੀ ਹੈਗੀ, ਦੂਜੀ ਐਗਰੇਰੀਅਨ ਪੋਲਿਟਿਕਸ ਹੈਗੀ। ਐਗਰੇਰੀਅਨ ਪੋਲਿਟਿਕਸ ਤੋਂ ਵੀ ਪੂਰੀ ਤਰ੍ਹਾਂ ਟੁੱਟ ਗਏ। ਪਿੱਛੇ ਆਪਾਂ ਦੇਖਿਆ ਜਿਹੜੇ ਕਾਨੂੰਨ ਪਾਸ ਹੋਏ ਉਹਦੇ ਵਿੱਚ ਅਕਾਲੀਆਂ ਨੇ ਬੜੇ ਬਲੰਡਰ ਕੀਤੇ, ਬੀਜੇਪੀ ਦੇ ਨਾਲ ਆਈਡੈਂਟੀਫਾਈ ਕੀਤਾ, ਕਾਨੂੰਨਾਂ ਦੇ ਨਾਲ ਆਈਡੈਂਟੀਫਾਈ ਕੀਤਾ। ਉਹ ਜਿਹੜਾ ਆਮ ਕਿਸਾਨੀ ਹੈਗੀ ਉਹ ਅਕਾਲੀਆਂ ਨੂੰ ਨਹੀਂ ਦੇਖਦਾ ਕਿ ਸਾਡੇ ਇੰਟਰਸਟ ਨੂੰ ਰਿਪਰੈਜ਼ੈਂਟ ਕਰਨਗੇ। ਦੂਜਾ ਹੈਗਾ ਪੰਥਕ, ਇਹਨਾਂ ਦਾ ਜਿਹੜਾ ਸੋਸ਼ਲ ਬੇਸ ਹੈ ਉਹ ਵੀ ਟੁੱਟ ਗਿਆ ਇਹਨਾਂ ਦੇ ਕੋਲੋਂ। ਇਹ ਜਦੋਂ ਤੱਕ ਇਹ ਦੋਨੋਂ ਨੂੰ ਕਿਵੇਂ ਰਿਕਵਰ ਕਰਨਗੇ, ਕੋਈ ਚਾਂਸ ਨਹੀਂ ਲੱਗਦਾ ਕਿ ਅਜੇ ਕੋਈ ਰਿਕਵਰ ਕਰ ਸਕਦੇ ਆ। ਸੋ ਮੇਰੇ ਵੀ ਓਵਰਆਲ ਓਪੀਨੀਅਨ ਜਿਵੇਂ ਬਾਕੀ ਦੋਨਾਂ ਨੇ ਸਿਨੀਕਲ ਜਿਹਾ ਦਿੱਤੇ ਹੈਗੇ, ਅਜੇ ਤਾਂ ਇਦਾਂ ਹੀ ਲੱਗਦਾ ਦੂਰੋਂ ਵੀ। ਸਰਦਾਰ ਹਰਮੀਤ ਸਿੰਘ ਜੀ, ਜਦੋਂ ਮੇਰੀ ਇੱਕ
ਸੀਰੀਅਸ ਨੇਚਰ ਦੇ ਅਕਾਲੀ ਆਗੂ ਨਾਲ ਜਿਹੜਾ ਅੰਦਰ ਹੀ ਨੇ ਉਹਨਾਂ ਨਾਲ ਗੱਲ ਹੁੰਦੀ ਹੈ, ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਖੜਾ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਪੂਰੇ ਦੇਸ਼ ਦੇ ਵਿੱਚ ਭ੍ਰਮਣ ਕਰ ਰਹੇ ਆ ਕਿਸੇ ਜ਼ਿੰਮੇਵਾਰੀ ਤੋਂ ਬਿਨਾਂ, ਜੇ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਚੋਣ ਤੋਂ ਬਾਅਦ ਜਿਵੇਂ ਉਹਨਾਂ ਪਹਿਲਾਂ ਮਨ ਵੀ ਬਣਾਇਆ ਸੀ ਔਰ ਉਹਦੇ ਲਈ ਐਫਰਟਸ ਵੀ ਲੱਗ ਰਹੇ ਸੀਗੇ ਕਿ ਮੁੱਢਲੇ ਦੌਰ ਤੇ ਉਹ ਕਿਸੇ ਹੋਰ ਨੂੰ ਜ਼ਿੰਮੇਵਾਰੀ ਸੌਂਪ ਕੇ ਤੇ ਆਪ ਇੱਕ ਵਰਕਰ ਵਾਂਗ ਵਿਚਰਨ, ਜੇ ਅਕਾਲੀ ਦਲ ਦੀ ਇਹ ਸਿਖਰਲੀ ਲੀਡਰਸ਼ਿਪ ਥੋੜਾ ਜਿਹਾ ਤਿਆਗ ਕਰਕੇ ਅੱਗੇ ਵਧਦੀ ਔਰ ਪਿੰਡਾਂ ਦੇ ਵਿੱਚ, ਲੋਕਾਂ ਦੇ ਵਿੱਚ, ਹਲਕਿਆਂ ਦੇ ਵਿੱਚ ਸਿੱਧਾ ਕਨੈਕਟ ਕਰਦੀ ਤਾਂ ਸ਼ਾਇਦ ਇਹਦਾ ਕੋਈ ਬੈਨੀਫਿਟ ਹੁੰਦਾ। ਪਰ ਮੈਂ ਤੁਹਾਡੇ ਤੋਂ ਜਿਹੜਾ ਸਵਾਲ ਕਰਨਾ ਚਾਹੁੰਦਾ ਇੱਕ ਦੂਜੇ ਰਾਉਂਡ ਦੇ ਵਿੱਚ ਉਹ ਇਹੀ ਹੈ ਕਿ ਹੁਣ ਇਹਨਾਂ ਕੋਲ ਕਰਨ ਲਈ ਕੀ ਬਚਿਆ ਸੀ ਜਿਹੜਾ ਇਹਨਾਂ ਨਹੀਂ ਕੀਤਾ, ਜਿਹਦੇ ਨਾਲ ਇਹ ਖੜੇ ਹੋ ਸਕਦੇ ਸੀ? ਇਹ ਜ਼ਰੂਰ ਐਡਰੈਸ ਕਰ ਦਿਓ। ਪਹਿਲੀ ਗੱਲ ਤਾਂ ਜੇ ਇਹਨਾਂ ਨੇ ਝੁੰਦਾ ਕਮੇਟੀ ਦੀ ਰਿਪੋਰਟ ਪਰਵਾਹ ਨਹੀਂ ਕਰ ਲਈ, ਕੋਈ ਪਹਿਲੀ ਪੁਰਾਣੀ ਕੋਰ ਕਮੇਟੀ 'ਚ ਭੰਗ ਨਹੀਂ ਸੀ ਜਦੋਂ ਹੋਈ, ਤਾਂ ਉੱਥੋਂ ਹੀ ਐਡਰੈਸ ਸੀਗਾ, ਉਹਦੇ ਵਿੱਚ ਹੀ ਵਰਕਰਾਂ ਦੀ ਭਾਵਨਾ ਸੀ, ਉਹਨਾਂ ਦੇ ਵਿੱਚ ਹੀ ਮੇਰੇ ਖਿਆਲ ਹੈ ਪੰਥਕ ਔਰ ਬਾਕੀ ਜਿਹੜੀ ਕਿਸਾਨੀ ਦਾ ਸਵਾਲ ਹੈ ਉਹ ਸਾਰੇ ਉਹਦੇ ਵਿੱਚ ਕਾਫੀ ਪੁਆਇੰਟ ਦਰਜ ਕੀਤੇ ਗਏ ਨੇ, ਲਗਭਗ 42 ਪੁਆਇੰਟ ਨੇ, 42 ਨੁਕਤੇ ਨੇ, ਉਹਦੇ ਚੋਂ ਸਾਰੇ ਐਡਰੈਸ ਇਸ ਲਈ ਕੀਤੇ ਨੇ। ਪਹਿਲੀ ਗੱਲ ਤਾਂ ਅਕਾਲੀ ਦਲ ਪ੍ਰਤੀ ਪਰਸੈਪਸ਼ਨ ਜੋ ਬਣੀ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਹੀ ਸਿੱਖਾਂ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਇਨਸਾਫ ਨਹੀਂ ਹੋਇਆ, ਉਹ ਅਕਸ ਜਿਹੜਾ ਬਣ ਗਿਆ ਉਹਨੂੰ ਕਿਵੇਂ ਠੀਕ ਕਰਨਾ। ਔਰ ਇਹਨਾਂ ਦੇ ਰਾਜ 'ਚ ਇਹੋ ਜਿਹੇ ਪੁਲਿਸ ਅਫਸਰ ਲੱਗੇ, ਇਹੋ ਜਿਹੇ ਅਫਸਰ ਲਾਏ ਗਏ ਜਿਹੜੇ ਇਤਿਹਾਸਕ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਇਸ ਗੱਲ ਦੇ ਮੁਲਜ਼ਮ ਮੰਨੇ ਜਾਂਦੇ ਨੇ ਕਿ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵੀ ਕੀਤੇ, ਗੈਰ ਕਾਨੂੰਨੀ ਇੰਨੇ ਕੰਮ ਕੀਤੇ, ਤੁਸੀਂ ਉਹਨਾਂ ਨੂੰ ਮਾਨਤਾ ਵੀ ਦਿੱਤੀ ਉਸੇ ਪੱਧਰ ਦੇ ਉੱਤੇ। ਉਹ ਜਿਹੜੇ ਸਾਰੇ ਫੈਸਲਿਆਂ ਦਾ ਸਵਾਲ ਸੀ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਸਾਰਾ ਅਕਾਲੀ ਦਲ ਨਤਮਸਤਕ ਹੋਵੇ ਅਕਾਲ ਤਖਤ ਤੇ ਜਾ ਕੇ ਆਪਣੀਆਂ ਗਲਤੀਆਂ ਦੀ ਭੁੱਲ ਬਖਸ਼ਾਵੇ ਤੇ ਅੱਗੇ ਤੋਂ ਇਹ ਕਹੇ ਕਿ ਸਾਡੇ ਤੋਂ ਉਹ ਕਾਰਗੁਜ਼ਾਰੀਆਂ ਗਲਤ ਹੋ ਗਈਆਂ, ਅਸੀਂ ਅੱਗੇ ਤੋਂ ਦੁਰਸਤ ਹੋਵਾਂਗੇ। ਉਹ ਇੱਕ ਤਾਂ ਪਰਸੈਪਸ਼ਨ ਗੇਮ ਦਾ ਕੁਐਸਚਨ ਸੀਗਾ। ਦੂਜਾ ਸਵਾਲ ਇਹ ਹੈ, ਜਿਵੇਂ ਗਾਂਧੀ ਪਰਿਵਾਰ ਤੇ ਲੱਗਦਾ ਉਵੇਂ ਪੰਜਾਬ 'ਚ ਬਾਦਲ ਪਰਿਵਾਰ ਤੇ ਜਿਹੜਾ ਸਭ ਤੋਂ ਜ਼ਿਆਦਾ ਫੋਕਸ ਹੈ, ਕਿਉਂਕਿ ਇਤਿਹਾਸਕ ਤੌਰ ਤੇ ਉੱਤੇ ਅਕਾਲੀ ਦਲ ਦੇ ਵਿੱਚ ਬੈਲੈਂਸ ਆਫ ਫੋਰਸਸ ਰਹੀਆਂ ਨੇ, ਤਾਕਤਾਂ ਦਾ ਸੰਤੋਲ ਰਿਹਾ। ਇੱਕ ਤਾਕਤ ਹੁੰਦੀ ਸੀ ਬਰਾਬਰ ਦੇ ਕੱਦ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਚਾਹੇ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਰੂਪ 'ਚ ਹੋਵੇ ਜਾਂ ਪੁਰਾਣੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਵੱਖ-ਵੱਖ ਟਾਈਪ ਦੇ ਲੋਕ ਜਿਹੜੇ ਵੀ ਰਹੇ। ਇੱਕ ਅਕਾਲੀ ਦਲ ਦਾ ਪ੍ਰਧਾਨ, ਕਦੇ ਕਦੇ ਦੋਨੋਂ ਪੋਸਟਾਂ ਇੱਕ ਕੋਲ ਰਹੀਆਂ ਪਰ ਬਰਾਬਰ ਦੀਆਂ। ਜਦੋਂ ਚੀਫ ਮਿਨਿਸਟਰ ਬਣਨ ਦਾ ਮੌਕਾ ਆਉਂਦਾ ਸੀ ਫਿਰ ਇੱਕ ਬੰਦਾ ਚੀਫ ਮਿਨਿਸਟਰ ਬਣ ਸਕਦਾ, ਇੱਕ ਜਥੇਦਾਰ ਅਕਾਲ ਤਖਤ। ਚਾਰਾਂ ਦੇ ਵਿੱਚ ਇੱਕ ਦੂਜੇ ਦੀ ਸ਼ਿਕਾਇਤ ਹੋ ਸਕਦੀ ਸੀ, ਜਿੱਧਰ ਦੋ ਇਕੱਠੇ ਹੋ ਜਾਂਦੇ ਸੀ ਕੋਈ ਬੰਦਾ ਉੱਡਾ ਪਾਵਰਫੁਲ ਨਹੀਂ। ਔਰ ਇਸ ਤੋਂ ਪਹਿਲਾਂ ਜਦੋਂ ਤਲਵੰਡੀ ਸਾਹਿਬ ਪ੍ਰਧਾਨ ਸੀ ਅਕਾਲੀ ਦਲ ਦੇ, ਜਥੇਦਾਰ ਟੌੜਾ ਐਸਜੀਪੀਸੀ ਦੇ, ਦੋਨਾਂ ਨੇ ਇਕੱਠੇ ਹੋ ਕੇ ਪ੍ਰਕਾਸ਼ ਸਿੰਘ ਬਾਦਲ ਦੀ 70 ਵਾਲੀ ਮਿਨਿਸਟਰੀ ਵੇਲੇ ਵੀ ਸ਼ਿਕਾਇਤ ਕੀਤੀ ਸੀ ਜਥੇਦਾਰ ਅਕਾਲ ਨੂੰ ਤੇ ਬਾਕੀ ਗਵਰਨਮੈਂਟ ਨੂੰ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਕਰਪਸ਼ਨ ਦੇ ਮਾਮਲੇ ਦੇ ਵਿੱਚ। ਤਾਂ ਉਹ ਵੱਡੇ ਪਾਵਰਫੁਲ ਹੋ ਜਾਂਦੇ, ਆਪਸ ਦੇ ਵਿੱਚ ਜਿਹੜੇ ਹਾਲਾਤ ਨੂੰ ਸੈੱਟ ਕਰਨ ਦਾ ਤਵਾਜ਼ਨ ਸੀ ਉਹ ਆਲਰੇਡੀ ਪੰਥਕ ਪੋਲਿਟਿਕਸ ਦੇ ਵਿੱਚ ਇੱਕ ਸਿਰਜਿਆ ਹੋਇਆ ਸੀ। ਕੋਈ ਵੀ ਪਰਿਵਾਰ ਤਾਂ ਕੀ ਕੋਈ ਬੰਦਾ ਇੰਨਾ ਤਾਕਤਵਰ ਨਹੀਂ ਸੀ ਹੁੰਦਾ ਕਿ ਉਹਦੀ ਸਾਰਾ ਕੁਝ ਚੱਲੂਗੀ। ਇੱਕ ਪ੍ਰੋਸੈਸ 'ਚੋਂ ਫਿਰ ਪਰਿਵਾਰ ਦੇ ਜਥੇਦਾਰ ਅਪਾਇੰਟ ਕਰਨਾ, ਸ਼੍ਰੋਮਣੀ ਕਮੇਟੀ ਦਾ ਜਿਹੜਾ ਬੀਬੀ ਵੀ ਨੇ ਵੀ ਇਲਜ਼ਾਮ ਲਾਇਆ ਪਹਿਲਾਂ ਲਿਫਾਫੇ 'ਚੋਂ ਪ੍ਰਧਾਨ ਨਿਕਲਣਾ ਜੀ, ਜਥੇਦਾਰ ਕਾਰਜਕਾਰੀ ਰਹੂਗਾ ਜਾਂ ਕਦੋਂ ਹਟਾਉਣਾ ਕਦੋਂ ਲਗਾਉਣਾ ਉਹ ਵੀ, ਤੇ ਪ੍ਰਧਾਨ ਵੀ ਪਾਰਟੀ ਦਾ ਉਹੀ, ਚੀਫ ਮਿਨਿਸਟਰ ਵੀ ਪਾਰਟੀ ਦਾ ਉਹੀ। ਇਹ ਸੈਂਟਰਲਾਈਜੇਸ਼ਨ ਆਫ ਪਾਵਰ ਹੈ। ਅਕਾਲੀ ਦਲ ਤੋਂ ਲੋਕ ਉਮੀਦ ਕਰਦੇ ਨੇ ਕਿ ਸਿੱਖ ਫਿਲਾਸਫੀ ਤੇ, ਪੰਚ ਪ੍ਰਧਾਨੀ ਤੇ, ਸਰਬੱਤ ਦੇ ਭਲੇ ਤੇ, ਸੰਗਤ ਦੇ ਕਨਸੈਪਟ ਤੇ, ਸਰਬੱਤ ਖਾਲਸਾ ਦੀ ਇੰਸਟੀਟਿਊਸ਼ਨ ਤੇ ਉਸ ਤਰ੍ਹਾਂ ਫੈਸਲੇ ਲੈਣ ਦੀ ਆਦੀ ਹੋਣਾ ਚਾਹੀਦਾ। ਉਸ ਤਰ੍ਹਾਂ ਦੇ ਫੈਸਲੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਉਹ ਲਵੇ। ਝੁੰਦਾ ਕਮੇਟੀ ਉਸ ਪਾਸੇ ਵੱਲ ਸਿਫਾਰਿਸ਼ ਕਰਦੀ ਸੀ। ਇਹਦੇ 'ਚ ਅੰਦਰੂਨੀ ਜਮਹੂਰੀਅਤ ਵੀ ਆਉਂਦੀ ਹੈ, ਇਹਦੇ 'ਚ ਬਾਹਰਲੇ ਮਾਮਲਿਆਂ ਤੇ ਨਿਸ਼ਾਨੇ ਦੀ ਬੜੀ ਕਲੈਰਿਟੀ ਵੀ ਆਉਂਦੀ ਹੈ। ਅਕਾਲੀ ਦਲ ਹੈ ਜੇ ਖੇਤਰੀ ਪਾਰਟੀ ਤਾਂ ਪ੍ਰਵਾਨ ਸੀ, ਸਭ ਤੋਂ ਪਹਿਲਾ ਪੋਲੀਟੀਕਲ ਨਿਸ਼ਾਨਾ ਇਹੋ ਜਿਹਾ ਘੜਿਆ ਜਾਣਾ ਸੀ। ਸ਼ੁਰੂਆਤੀ ਇਹ ਸੀ ਕਿ ਇੱਕ ਦੇਸ਼ ਕਾਲ ਘੜਨਾ ਇਹੋ ਜਿਹਾ ਜਿੱਥੇ ਓਵਰਆਲ ਸਰਬੱਤ ਦੇ ਭਲੇ ਗੁਰੂ ਨਾਨਕ ਦੀ ਫਿਲਾਸਫੀ ਦੇ ਮੁਤਾਬਕ ਪੋਲੀਟੀਕਲ ਪ੍ਰਬੰਧ ਸਿਰਜਿਆ ਜਾ ਸਕੇ। ਫਿਰ ਅਨੰਦਪੁਰ ਸਾਹਿਬ ਦਾ ਮਤਾ ਆ ਗਿਆ। 1996 ਤੋਂ ਬਾਅਦ ਲਗਾਤਾਰ ਉੱਤੇ ਸਰੈਂਡਰ ਹੋਇਆ ਬੀਜੇਪੀ ਨਾਲ ਅਲਾਈਅੰਸ ਕਰਨ ਤੋਂ ਬਾਅਦ। ਉਹ ਸਾਰੇ ਮਾਮਲੇ ਥਿੜਕੇ ਨੇ। ਅਕਾਲੀ ਦਲ ਨੇ ਜੇ ਰਿਵਾਈਵ ਕਰਨਾ ਹੈ ਅੰਦਰੂਨੀ ਜਮਹੂਰੀਅਤ ਦੇ ਨਾਲ ਢਾਂਚਾ ਖੜਾ ਕਰਨਾ, ਇਹ ਇੱਕ ਪੁਆਇੰਟ। ਦੂਜਾ ਪੁਆਇੰਟ ਇਹ ਕਿ ਰਾਜਨੀਤਿਕ ਤੌਰ ਤੇ ਬਹੁਤ ਕਲੀਅਰ ਏਮ ਪਬਲਿਕ ਦੇ ਵਿੱਚ ਰੱਖਣਾ। ਤੀਜਾ ਪਿਛਲੀਆਂ ਭੁੱਲਾਂ ਦੀ ਗਲਤੀ ਬਖਸ਼ਾਉਣਾ। ਤੇ ਚੌਥਾ ਇਹ ਹੈ ਕਿ ਤਾਕਤਾਂ ਦਾ ਸਮਤੋਲ ਇੱਕ ਪਰਿਵਾਰ ਜਾਂ ਇੱਕ ਵਿਅਕਤੀ ਤੋਂ ਕੱਢ ਕੇ ਦੁਬਾਰਾ ਉਹਨੂੰ
ਮਤਲਬ ਇਹੋ ਜੀ ਸਿਰਜਣਾ ਕਰਨਾ ਕਿ ਲੋਕਾਂ ਨੂੰ ਲੱਗੇ ਕਿ ਆਪ ਦੇ ਵਿੱਚ ਹੀ ਹੁਣ ਇਹੋ ਜਿਹਾ ਜਿਹੜੇ ਚੈੱਕ ਐਂਡ ਬੈਲੈਂਸ 'ਚ ਬਣ ਗਏ ਨੇ, ਹੁਣ ਅੱਗੇ ਨੂੰ ਸ਼ਾਇਦ ਉਹ ਗਲਤੀਆਂ ਨਹੀਂ ਹੋਣਗੀਆਂ। ਉਧਰ ਨੂੰ ਚੱਲਣਾ ਚਾਹੀਦਾ ਸੀ, ਜੇਕਰ ਚੱਲਣਾ ਮੇਰੇ ਖਿਆਲ ਹੈ ਅਜੇ ਉਧਰ ਨੂੰ ਕਦਮ ਨਹੀਂ ਵਧਿਆ। ਬਿਲਕੁਲ। ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ, ਇਸੇ ਸਵਾਲ ਨੂੰ ਇਸੇ ਰੂਪ ਦੇ ਵਿੱਚ ਤੁਸੀਂ ਵੀ ਐਡਰੈਸ ਕਰ ਦਿਓ। ਦੇਖੋ ਇਦਾਂ ਹੈਗਾ ਕਿ ਜਿਹੜੇ ਚੈਕਸ ਐਂਡ ਬੈਲੈਂਸਿਸ ਦੀ ਇਹਨਾਂ ਨੇ ਗੱਲ ਕੀਤੀ, ਉਹ ਤਾਂ ਕਿਸੇ ਵੀ ਜਗ੍ਹਾ ਅਕਾਲੀ ਪੋਲਿਟਿਕਸ ਦੇ ਵਿੱਚ ਹੈ ਹੀ ਨਹੀਂ ਇਸ ਵੇਲੇ, ਔਰ ਕਾਫੀ ਲੰਬੇ ਸਮੇਂ ਤੋਂ ਨਹੀਂ ਹੈ। ਇਨਫੈਕਟ ਜਿਹੜੀ ਮਾਸ ਮੋਬਿਲਾਈਜੇਸ਼ਨ ਅਕਾਲੀ ਦਲ ਕਰਦਾ ਸੀਗਾ ਉਹ ਇਲੈਕਸ਼ਨ ਦੇ ਰੂਪ ਦੇ ਵਿੱਚ ਵੀ ਹੁੰਦੀ ਸੀਗੀ, ਲੇਕਿਨ ਪਿਛਲੇ ਜਿਹੜੇ ਅਕਾਲੀ ਦਲ ਨੇ ਇਲੈਕਸ਼ਨ ਲੜੇ ਉਹ ਮਾਸ ਮੋਬਿਲਾਈਜੇਸ਼ਨ ਚ ਗੱਲ ਨਹੀਂ ਸੀ, ਉਹਦੇ ਵਿੱਚ ਇਲੈਕਸ਼ਨ ਮੈਨੇਜਮੈਂਟ ਦੀ ਗੱਲ ਸੀ ਕਿ ਪੈਸਾ ਖਰਚ ਕਰਕੇ ਇਲੈਕਸ਼ਨ ਜਿੱਤ ਲਓ। ਚਾਹੇ ਆਪਾਂ 2012 ਦਾ ਇਲੈਕਸ਼ਨ ਜਿਹੜਾ ਹੈਗਾ ਉਹਦੀ ਗੱਲ ਕਰੀਏ, ਚਾਹੇ ਉਸ ਤੋਂ ਬਾਅਦ ਜਿੰਨੇ ਵੀ ਇਲੈਕਸ਼ਨ ਹੋਏ, ਏਦਾਂ ਲੱਗਦਾ ਸੀਗਾ ਕਿ ਜਿਹੜੀ ਟੌਪ ਲੀਡਰਸ਼ਿਪ ਬੈਠੀ ਹੈ, ਜਿਹੜੀ ਕਿ ਇੱਕ ਪਰਿਵਾਰ ਨੂੰ ਬਿਲੋਂਗ ਕਰਦੀ ਹੈ, ਉਹ ਪੈਸੇ ਦੀ ਪਾਵਰ ਦੇ ਨਾਲ ਤੇ ਇਲੈਕਸ਼ਨ ਦੀ ਮੈਨੇਜਮੈਂਟ ਦੇ ਨਾਲ, ਸਮਾਰਟ ਦੇ ਨਾਲ ਇਲੈਕਸ਼ਨ ਜਿੱਤ ਰਹੇ ਆ। ਯਾਨੀ ਮਾਸ ਮੋਬਿਲਾਈਜੇਸ਼ਨ ਦਾ ਕੰਸੈਪਟ ਜਿਹੜਾ ਸੀਗਾ, ਜਿਹਦੇ ਉੱਪਰ ਅਕਾਲੀ ਦਲ ਦੀ ਸਾਰੀ ਰਾਜਨੀਤੀ ਹਮੇਸ਼ਾ ਤੋਂ ਟਿਕੀ ਰਹੀ ਹੈ, ਉਹ ਸਾਰੀ ਜਿਹੜੀ ਹੈਗੀ ਆ ਉਹ ਤਾਂ ਇੱਕ ਲਾਂਭੇ ਹੋ ਗਈ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਉਹ ਹੈ ਕਿ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀਗਾ ਵੀ ਸੱਚੀ ਸੁੱਚੀ ਪਾਰਟੀ ਹੈਗੀ ਹੈ, ਇਨੋਸੈਂਟ ਲੋਕਾਂ ਦੀ ਹੈ, ਜਿਹਦੇ ਵਿੱਚ ਜਿਹੜਾ ਕਿਸਾਨੀ ਹੈ ਉਹ ਨਾਲ ਜੁੜੀ ਹੋਈ ਹੈ, ਜਾਂ ਪੰਥ ਨਾਲ ਜਿਹੜੇ ਲੋਕ ਹੈਗੇ ਉਹ ਜੁੜੇ ਹੋਏ ਹੈ। ਲੇਕਿਨ ਅਗਰ ਇਸ ਵੇਲੇ ਜਿਸ ਵੇਲੇ ਤੁਸੀਂ ਇਹ ਮੈਸੇਜ ਲਾ ਰਹੇ ਹੋ ਕਿ ਅਸੀਂ ਰਿਵਾਈਵ ਕਰਨਾ ਚਾਹੁੰਦੇ ਹਾਂ, ਦੂਸਰੇ ਪਾਸੇ ਸੁੱਚਾ ਸਿੰਘ ਲੰਗਾ ਦਾ ਜਿਹੜਾ ਉਹਨੂੰ ਤਨਖਾਹ ਲਾਉਣਾ, ਇਹ ਸਾਰਾ ਕੁਝ ਹੈ, ਉਹਦੀ ਜਿਹੜੀ ਰਿਐਕਸ਼ਨ ਆ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਨਾਲ ਨਾਲ ਨਹੀਂ ਚੱਲ ਸਕਦੀਆਂ। ਅਗਰ ਤੁਸੀਂ ਆਪਣੇ ਆਪ ਨੂੰ ਵਾਕਈ ਸੱਚਾ ਸੁੱਚਾ ਦਰਸਾਉਣਾ ਚਾਹੁੰਦੇ ਆ ਲੋਕਾਂ ਦੇ ਸਾਹਮਣੇ, ਤਾਂ ਤੁਹਾਨੂੰ ਹਰ ਪੱਖੋਂ ਦੇਖਣਾ ਪਏਗਾ। ਇਹ ਨਹੀਂ ਹੈ ਕਿ ਤੁਸੀਂ ਇੱਕ ਪਾਸਿਓਂ ਕੁਝ ਕਰੀ ਚੱਲੋ, ਦੂਜੇ ਪਾਸਿਓਂ ਕੁਝ ਕਰੀ ਚੱਲੋ। ਹਰ ਚੀਜ਼ ਦਾ ਇੱਕ ਲੈ ਦੇ ਵਿੱਚ ਚੱਲਣ ਦੀ ਲੋੜ ਹੋਏਗੀ, ਉਹ ਇਸ ਵੇਲੇ ਨਹੀਂ ਚੱਲ ਰਿਹਾ। ਇਸ ਕਰਕੇ ਲੋਕ ਇਹ ਸੋਚਦੇ ਹੈ ਕਿ ਚਾਹੇ ਬਰਗਾੜੀ ਹੋਈ, ਚਾਹੇ ਉਹ ਕੋਟਕਪੂਰਾ ਹੈ, ਬਹਿਬਲ ਕਲਾਂ, ਜੋ ਕੁਝ ਵੀ ਹੈ, ਉਹਦੇ ਵਿੱਚ ਇਹਨਾਂ ਦੇ ਹੱਥ ਸਾਫ਼ ਨਹੀਂ ਹਨ। They are not coming to the people with clean hand. ਇਹ ਸਿਰਫ ਸਾਨੂੰ ਬੇਵਕੂਫ ਬਣਾ ਰਹੇ ਹੈ। ਇਸੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਕਨੈਕਟ ਹੈ, ਜੋਧਕਾ ਜੀ ਨੇ ਗੱਲ ਕੀਤੀ ਹੈ, ਉਹ ਕਨੈਕਟ ਨਹੀਂ ਬਣ ਪਾ ਰਿਹਾ। ਉਹ ਕਨੈਕਟ ਬਣਨ ਵਾਸਤੇ ਮੈਂ ਫੇਰ ਕਹਿ ਰਿਹਾ ਕਿ ਅਕਾਲੀ ਦਲ ਨੂੰ ਆਪਣੇ ਕੋਰ ਮੁੱਦੇ ਜਿਹੜੇ ਹੈਗੇ ਆ ਫੈਡਰਲ ਸਟਰਕਚਰ ਦੇ ਔਰ ਦੂਸਰੇ, ਉਹਨਾਂ ਨੂੰ ਫੜਨਾ ਪਏਗਾ, ਉਹਨਾਂ ਪਰ ਚੱਲਣਾ ਪਏਗਾ। ਅਗਰ ਉਹ ਇਹ ਵੀ ਦੇਖਣ ਕਿ ਇੱਕ ਪਾਸੇ ਪਾਵਰ ਵੀ ਹੈ, ਦੂਜੇ ਪਾਸੇ ਅਕਾਲੀ ਦਲ ਨੇ ਪਾਵਰ ਦੀ ਪੋਲਿਟਿਕਸ ਸ਼ੁਰੂ ਦੇ ਵਿੱਚ ਕਦੇ ਕੀਤੀ ਨਹੀਂ, ਉਹ ਪਾਵਰ ਪੋਲਿਟਿਕਸ ਵਾਸਤੇ ਥੇ ਹੀ ਨਹੀਂ। ਉਹ ਚੀਜ਼ ਜਿਹੜੀ ਹੈਗੀ ਆ ਉਹਨੂੰ ਦੁਬਾਰਾ ਉਹ ਕਰਨਾ ਪਏਗਾ, ਤਾਂ ਲੋਕਾਂ ਦਾ ਮੈਂ ਕਹਿਣਾ ਕਿ ਥੋੜਾ ਵਿਸ਼ਵਾਸ ਬਣ ਸਕਦਾ ਹੈ। ਅਦਰਵਾਈਜ਼ ਤਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ, ਔਰ ਉਹ ਨਗਾਰ ਵੱਲ ਹੀ ਜਾ ਰਿਹਾ ਹੈ, ਉਹਦੇ ਵਿੱਚ ਕੋਈ ਰਿਵਾਈਵਲ ਦਾ ਚਾਂਸ ਨਜ਼ਰ ਆ ਨਹੀਂ ਰਿਹਾ। ਪ੍ਰੋਫੈਸਰ ਜੋਧਕਾ ਸਾਹਿਬ, ਇਤਿਹਾਸਕ ਵਰਤਾਰਿਆਂ ਦੇ ਨਜ਼ਰੀਏ ਤੋਂ ਇਤਿਹਾਸਕ ਪ੍ਰਸੰਗ ਦੇ ਵਿੱਚ ਕੋਈ ਦੌਰ ਪਹਿਲਾਂ ਵੀ ਅਕਾਲੀ ਦਲ ਲਈ ਇਹੋ ਜਿਹੇ ਰਹੇ ਆ, ਹਾਲਾਂਕਿ ਖਾੜਕੂਵਾਦ ਦਾ ਜਿਹਨੂੰ ਅਸੀਂ ਟੈਰਰਿਜ਼ਮ ਕਹਿੰਦੇ ਆ, ਉਸ ਦੌਰ ਦੇ ਵਿੱਚ ਇੱਕ ਵਾਰੀ ਬਿਲਕੁਲ ਜਿਹੜੀ ਪਾਵਰ ਗੇਮ ਹੈ ਉਹਦੇ ਚੋਂ ਅਕਾਲੀ ਦਲ ਬਾਹਰ ਹੋ ਗਿਆ ਸੀਗਾ। ਅਦਰਵਾਈਜ਼ ਜਿੱਥੋਂ ਤੱਕ ਸਵਾਲ ਹੈਗਾ ਇਹਨਾਂ ਦੇ ਹੋਣ ਵਾਲੇ ਸਰੂਪ ਦਾ, ਇਸ ਤਰੀਕੇ ਨਾਲ ਕਦੇ ਸੱਟ ਵੱਜੀ ਹੈ ਪਿਛਲੇ 100 ਸਾਲ ਦੇ ਵਿੱਚ? ਮੈਨੂੰ ਲੱਗਦਾ ਜਿਹੜਾ ਨਾ ਇਸ਼ੂ ਆਪਾਂ ਥੋੜਾ ਜਿਹਾ ਇਸ ਨੂੰ ਦੂਜੇ ਤਰੀਕੇ ਦੇਖਣਾ ਜ਼ਰੂਰੀ ਹੈਗਾ। ਅਕਾਲੀ ਦਲ ਪੋਲੀਟੀਕਲ ਪਾਰਟੀ ਬਣ ਕੇ ਹੁਣੇ ਰੀਸੈਂਟਲੀ ਆਇਆ ਪਿਛਲੇ 10-20-25 ਸਾਲਾਂ ਦੇ ਵਿੱਚ। ਉਸ ਤੋਂ ਪਹਿਲੇ ਅਕਾਲੀ ਦਲ ਨੂੰ ਸਿੱਖ ਕੌਮ ਤੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਦੇਖੋ ਹਿਸਟੋਰੀਕਲੀ ਜਿਵੇਂ ਗੁਰਦੁਆਰੇ ਰਿਫਾਰਮ ਮੂਵਮੈਂਟ ਜੋ ਪੈਦਾ ਹੁੰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੈਦਾ ਕਨੈਕਟ ਹੈਗਾ ਇਹਦਾ। ਅਕਾਲੀ ਦਲ ਦਾ ਜਿਹੜਾ ਪੋਲੀਟੀਕਲ ਇਲੀਟ ਹੈਗਾ, ਲੀਡਰਸ਼ਿਪ ਹੈ, ਬਹੁਤੇ ਸਾਰੇ ਉਹ ਕਾਂਗਰਸ ਮੂਵਮੈਂਟ ਦੇ ਵਿੱਚ ਰਹੇ ਆ, ਫਰੀडम ਮੂਵਮੈਂਟ ਦੇ ਵਿੱਚ, ਇੰਡੀਪੈਂਡੈਂਸ ਤੋਂ ਬਾਅਦ ਵੀ ਕਾਂਗਰਸ ਦੇ ਨਾਲ ਵੀ ਸੀਗੇ, ਫਿਰ ਆ ਗਏ, ਵੱਖਰੀ ਪਾਰਟੀ ਬਣ ਗਈ। ਤੇ ਇਹ ਮੈਨੂੰ ਲੱਗਦਾ ਜਿਹੜਾ ਕ੍ਰਾਈਸਿਸ ਹੈਗਾ ਇਹ ਸਿਰਫ ਅਕਾਲੀ ਦਲ ਦਾ ਕ੍ਰਾਈਸਿਸ ਨਹੀਂ ਹੈਗਾ, ਉਸ ਤੋਂ ਵੀ ਵੱਡਾ ਕ੍ਰਾਈਸਿਸ ਹੈਗਾ ਸਿੱਖ ਕੌਮ ਦੇ ਵਾਸਤੇ। ਹੁਣ ਇਸ ਟਾਈਮ ਨੈਸ਼ਨਲੀ, ਇੰਟਰਨੈਸ਼ਨਲੀ ਤੇ ਰੀਜਨਲੀ ਸਿੱਖ ਕੌਮ ਨੂੰ ਕੌਣ ਰਿਪਰੈਜ਼ੈਂਟ ਕਰ ਰਿਹਾ? ਸਾਡੇ ਕੋਲ ਕੋਈ ਰਿਪਰੈਜ਼ੈਂਟੇਸ਼ਨਲ ਰਿਸੋਰਸ ਨਹੀਂ ਹੈਗਾ। ਤੇ ਅਕਾਲੀ ਦਲ ਦੇ ਸਾਹਮਣੇ ਇਸ ਤਰ੍ਹਾਂ ਦੀ ਪਹਿਲੇ ਕੋਈ ਕ੍ਰਾਈਸਿਸ ਨਹੀਂ ਰਹੀ। ਜਿਵੇਂ ਕਾਂਗਰਸ ਪਾਰਟੀ ਦੀ ਗੱਲ ਕਰੋਗੇ, ਹਾਂ ਜੀ 1960 ਦੇ ਵਿੱਚ ਵੀ ਹੋਇਆ ਸੀਗਾ, 1970 ਵਿੱਚ ਵੀ ਹੋਇਆ ਸੀਗਾ, ਇੰਦਰਾ ਗਾਂਧੀ ਨੇ ਵੀ ਰਿਵੋਲਟ ਕੀਤਾ ਸੀਗਾ, ਨਰਸਿਮਹਾ ਰਾਓ ਵੀ ਆਇਆ ਸੀਗਾ, ਉਦਾਂ ਦੀ ਕੋਈ ਹਿਸਟਰੀ ਨਹੀਂ ਹੈਗੀ ਅਕਾਲੀ ਦਲ ਦੀ। ਮਤਲਬ ਅਕਾਲੀ ਦਲ ਨੂੰ ਇੱਕ ਵੱਖਰੇ ਤਰੀਕੇ ਨਾਲ ਦੇਖਣਾ ਚਾਹੀਦਾ। ਇੱਕ ਤਾਂ ਰੀਜਨਲ ਪਾਰਟੀ ਹੈਗੀ ਸਹੀ,
ਮੋਰ ਦੈਨ ਰੀਜਨਲ ਇਹਦੀ ਜਿਹੜੀ ਆਈਡੈਂਟੀਫਿਕੇਸ਼ਨ ਹੈਗੀ ਪੰਥ ਦੇ ਨਾਲ, ਤੇ ਇਹ ਸਿਰਫ ਇਹ ਨਹੀਂਗਾ ਕਿ ਅਕਾਲੀਆਂ ਨੂੰ ਪੰਥ ਦੀ ਲੋੜ ਹੈਗੀ, ਉਸ ਤੋਂ ਵੀ ਜ਼ਿਆਦਾ ਪੰਥ ਨੂੰ ਇੱਕ ਅਕਾਲੀਆਂ ਵਰਗੀ ਪਾਰਟੀ ਦੀ ਲੋੜ ਸੀਗੀ, ਤੇ ਦੇ ਹੈਵ ਲੈਟ ਡਾਊਨ ਦਾ ਪੰਥ। ਜਿਵੇਂ ਪਹਿਲੇ ਕਿਹਾ ਵਕਤਾਂ ਨੇ ਦੋਨਾਂ ਨੇ ਕਿ ਉਹ ਜਿਹੜਾ ਇੱਕ ਜਿਹੜਾ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਹਾਂ ਬਈ ਇਹ ਸਾਡੇ ਇੰਟਰਸਟ ਰਿਪਰੈਜ਼ੈਂਟ ਕਰਨਗੇ, ਅਸੀਂ ਕਿਉਂ ਅਕਾਲੀ ਦਲ ਨਾਲ ਆਈਡੈਂਟੀਫਾਈ ਕਰਾਂਗੇ, ਹਾਂ ਵੀ ਸਿੱਖਾਂ ਦੇ ਇੱਕ ਆਪਣੇ ਹਿੱਤ ਹੈਗੇ ਐਜ਼ ਅ ਕੌਮ, ਸਾਡੇ ਹੋਰ ਵੀ ਆਪਣੇ ਇੰਟਰਸਟ ਹੈਗੇ, ਸਾਡੇ ਕਲਾਸ ਇੰਟਰਸਟ ਵੀ ਹੋ ਸਕਦੇ ਆ, ਆਪਣੇ ਇੰਡੀਵਿਜੂਅਲ ਲੋਕਲ ਇੰਟਰਸਟ ਵੀ ਹੋ ਸਕਦੇ ਆ, ਦਿੱਲੀ ਦੇ ਸਿੱਖਾਂ ਦੇ ਆਪਣੇ ਵੀ ਹੋ ਸਕਦੇ ਆ, ਜਿਹੜੇ ਬਾਹਰ ਬੈਠੇ ਉਹਨਾਂ ਦੇ ਹੈਗੇ, ਪਰ ਸਾਰਿਆਂ ਦੇ ਵਾਸਤੇ ਇੱਕ ਜਿਹੜੀ ਇੱਕ ਫੇਸ ਹੋਣਾ ਬਹੁਤ ਜ਼ਰੂਰੀ ਹੈਗਾ। ਤੇ ਉਹ ਜਿਹੜੀ ਕੌਮ ਦੀ ਰਿਪਰੈਜ਼ੈਂਟੇਸ਼ਨਲ ਪੋਲਿਟਿਕਸ ਹੈਗੀ, ਮੈਨੂੰ ਲੱਗਦਾ ਉਸ ਨਜ਼ਰੀਏ ਤੋਂ ਵੀ ਇਸ ਕ੍ਰਾਈਸਿਸ ਨੂੰ ਦੇਖਿਆ ਜਾਣਾ ਚਾਹੀਦਾ। ਇਹ ਕ੍ਰਾਈਸਿਸ ਸਿਰਫ ਅਕਾਲੀਆਂ ਦਾ ਨਹੀਂ ਵੀ ਹੈਗਾ, ਇਹ ਕ੍ਰਾਈਸਿਸ ਉਸ ਤੋਂ ਵੀ ਵੱਡਾ ਕ੍ਰਾਈਸਿਸ ਮੈਨੂੰ ਲੱਗਦਾ ਸਿੱਖ ਪੋਲਿਟਿਕਸ ਵਾਸਤੇ ਹੈਗਾ। ਹੁਣ ਸਿੱਖ ਪੋਲਿਟਿਕਸ ਕਿਹੜੇ ਪਾਸੇ ਜਾਏਗੀ, ਮੈਨੂੰ ਲੱਗਦਾ ਉਹਦੇ ਬਾਰੇ ਵੀ ਸੋਚਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਉੱਥੇ ਜਿਹੜਾ ਹੈ ਨਾ ਉਹ ਤੁਹਾਡਾ ਜਿਹੜਾ ਗਰਾਊਂਡ ਹੈਗਾ ਉਹ ਬੜਾ ਸਲਿਪਰੀ ਹੈਗਾ, ਕਿਸੇ ਪਾਸੇ ਵੀ ਜਾਓਗੇ, ਕਿਉਂਕਿ ਇੱਕ ਤਾਂ ਤੁਸੀਂ ਇੱਕ ਅਜਿਹੇ ਸਮੇਂ 'ਚ ਹੋ ਜਿੱਥੇ ਨੈਸ਼ਨਲ ਲੈਵਲ ਤੇ ਇੱਕ ਬੜਾ ਸਟਰੋਂਗ ਰਾਈਟ ਵਿੰਗ ਪੋਲੀਟੀਕਲ ਪਾਵਰ ਹੈਗੀ, ਦੂਜੇ ਲੈਵਲ ਤੇ ਲੋਕਲੀ ਤੁਹਾਡਾ ਜਿਹੜਾ ਹੈਗਾ ਕੋਈ ਬਹੁਤਾ ਜ਼ਿਆਦਾ ਸਟਰੋਂਗ ਕਿਸੇ ਨਾ ਕਿਸੇ ਲੈਵਲ ਤੇ ਆਪਣੀਆਂ ਜਿਹੜੀਆਂ ਪੰਥਕ ਆਰਗੇਨਾਈਜੇਸ਼ਨਸ ਹੈਗੀਆਂ, ਹਾਲਾਂਕਿ ਸਿੱਖ ਕੌਮ ਦੀ ਸਟਰੈਂਥ ਨੂੰ ਨਹੀਂ ਤੁਸੀਂ ਕਹਿ ਸਕਦੇ ਕਿ ਜਿਹੜੇ ਘੱਟੀ ਹੈਗੀ। ਜਿਹੜਾ ਕਿਸਾਨੀ ਅੰਦੋਲਨ 'ਚ ਉਹਨਾਂ ਨੇ ਦਿਖਾਇਆ ਕਿ ਹਾਂ ਵੀ ਕਿਵੇਂ ਅਸੀਂ ਕੋਈ ਜਿੰਨੀ ਵੱਡੀ ਤੋਂ ਵੱਡੀ ਤਾਕਤ ਹੋਏ ਉਹਨੂੰ ਕਨਫਰੰਟ ਕਰ ਸਕਦੇ ਆਪਣੀ ਸਮਝ ਦੇ ਨਾਲ, ਤੇ ਆਪਣੀ ਇੰਟਰਨਲ ਜਿਹੜੀ ਹੈਗੀ ਸਾਡੀ ਜਿਹੜੀ ਰੈਜ਼ਿਸਟੈਂਸ ਦੀ ਐਬਿਲਿਟੀ ਹੈਗੀ। ਪਰ ਕਿਸੇ ਨਾ ਕਿਸੇ ਲੈਵਲ ਤੇ ਮੈਨੂੰ ਲੱਗਦਾ ਕੌਮ ਦੇ ਵਾਸਤੇ ਬਹੁਤ ਵੱਡਾ ਕ੍ਰਾਈਸਿਸ ਹੈਗਾ, ਕਿਉਂਕਿ ਉਦਾਂ ਦਾ ਕੋਈ ਰਿਪਰੈਜ਼ੈਂਟੇਸ਼ਨਲ ਫੇਸ ਬਚਿਆ ਨਹੀਂਗਾ ਤੁਹਾਡੇ ਕੋਲ। ਤੇ ਇਸ ਚੀਜ਼ ਨੂੰ ਅਕਾਲੀ ਦਲ ਦੀ ਪੋਲਿਟਿਕਸ ਦੇ ਨਾਲ ਲੈ ਕੇ ਦੇਖਣਾ ਜ਼ਰੂਰੀ ਹੈਗਾ। ਇਸੇ ਵਾਸਤੇ ਲੋੜ ਹੈਗੀ ਕਿ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਇਸ ਪੁਆਇੰਟ ਤੇ ਲਿਆਇਆ ਜਾਏ ਦੈਟ ਵੀ ਨੀਡ ਟੂ ਰੀਡਿਸਕਵਰ ਅਕਾਲੀ ਦਲ। ਇਹ ਕਿਸ ਨੂੰ ਲਿਆਇਆ ਜਾਵੇ, ਇਹ ਵੀ ਸਵਾਲ ਹੈ ਨਾ। ਜਿਹੜੇ ਲੋਕ ਬਿਲਕੁਲ ਹੀ ਤਬਦੀਲੀ ਦੇ ਹੱਕ 'ਚ ਨਹੀਂ ਹੈਗੇ, ਜਿੰਨਾ ਮਰਜ਼ੀ ਰਿਵੋਲਟ ਜਾਂ ਕੁਝ ਵੀ ਹੈ, ਬਾਹਰੀ ਦਖਲ ਤਾਂ ਕੀ ਉਹ ਅੰਦਰਲੇ ਦਖਲ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਵੈਸੇ ਸਰਦਾਰ ਹਮੀਰ ਸਿੰਘ ਜੀ ਇਸੇ ਹੀ ਕੰਟੀਨਿਊਸ਼ਨ ਵਾਪਸ ਕਰਨਾ ਪੈਣਾ, ਧੱਕਾ ਲਗਾਉਣਾ ਪੈਣਾ, ਜਦੋਂ ਤੱਕ ਉਹ ਰਹਿਣਗੇ ਉਦੋਂ ਤੱਕ ਕੁਝ ਨਹੀਂ ਹੋਣਾ। ਮੇਰੀ ਅੰਡਰਸਟੈਂਡਿੰਗ ਇਹ ਗੱਲ ਸੀ। ਇਹਦੀ ਲਗਾਤਾਰਤਾ 'ਚ ਮੈਨੂੰ ਲੱਗਦਾ ਕਿ ਜਿਹੜੇ ਸਮਾਪਨੀ ਸ਼ਬਦ ਨੇ ਸਾਰੇ ਮੈਂ ਵਕਤਾਵਾਂ ਤੋਂ ਚਾਹੂੰਗਾ ਵੀ ਇੱਕ ਮੇਰੇ ਸਵਾਲ ਤੋਂ ਬਿਨਾਂ ਹੀ ਇਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਗੱਲ ਨੂੰ ਖਤਮ ਕਰ ਦਈਏ ਜੀ। ਅਸਲ ਦੇ ਵਿੱਚ ਇਹ ਹੈ, ਮੈਨੂੰ ਲੱਗਦਾ ਕਿ ਅਕਾਲੀ ਦਲ 'ਚ ਲੜਾਈ ਪਹਿਲਾਂ ਵੀ ਰਹੀ ਹੈ, ਉਹ ਪੰਥ 'ਚ ਹੀ ਰਹੀ ਹੈ। ਮਿਸਲਾਂ ਤੋਂ ਲੈ ਕੇ ਗੱਲ ਕਰੋ, ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੀ ਲੜਾਈ, ਔਰ ਜਸਟਿਸ ਗੁਰਨਾਮ ਸਿੰਘ ਨੂੰ ਮਤਲਬ ਉਹ ਪੇਸ਼ ਨਹੀਂ ਕਰਨ ਦਿੱਤਾ ਵਿਧਾਨ ਸਭਾ ਦੇ ਵਿੱਚ ਬਜਟ, ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਉਦੋਂ ਡਿਫੈਕਟ ਕੀਤਾ ਉਸੇ ਸਮੇਂ। ਉਹ ਡਿਫੈਕਸ਼ਨ ਤੇ ਬਾਕੀ ਇਫੈਕਸ਼ਨ ਉਹ ਚੱਲਦਾ ਰਿਹਾ। ਉਹ ਪਰ ਹੁਣ ਗੁਣਾਤਮਕ ਤੌਰ ਤੇ ਇੱਕ ਅਲੱਗ ਅਕਾਲੀ ਦਲ ਹੈ, ਉਹ ਉਹੋ ਜਿਹਾ ਨਹੀਂ ਹੈ ਜਿਹਦੇ 'ਚ ਇਖਲਾਕੀ ਜਿਹਦੇ ਤੇ ਦੋਸ਼ ਲੱਗਦੇ ਹੋਣ ਆਪਦੇ ਹੀ ਧਰਮ ਦੇ ਵਿੱਚ ਬਾਕੀ ਚੀਜ਼ਾਂ ਕਰਨ ਤੇ। ਮੋਰਲੀ ਵੀਕ ਜਿਹੜਾ ਅਕਾਲੀ ਦਲ ਹੈ, ਇੱਕ ਪਾਵਰ ਹੰਗਰੀ ਅਕਾਲੀ ਦਲ ਹੈ, ਤੇ ਬਾਕੀ ਦੀਆਂ ਚੀਜ਼ਾਂ ਨੇ। ਇਹ ਅਲੱਗ ਟਾਈਪ ਦੇ ਇਲਜ਼ਾਮ ਨੇ, ਜਿਹੜੇ ਇਲਜ਼ਾਮਾਂ ਤੋਂ ਔਰ ਕਾਫੀ ਲੰਮੇ ਸਮੇਂ ਤੋਂ ਇਹਨੇ ਫਿਰ 30 ਸਾਲਾਂ ਤੋਂ ਲਗਭਗ 24-25 ਸਾਲਾਂ ਤੋਂ ਤਾਂ ਪੱਕਾ ਹੀ ਹੈ ਕਿ ਜਿਹੜੀ ਡੈਮੋਕ੍ਰੈਟਿਕ ਸਟਰਗਲ ਹੁੰਦੀ ਹੈ ਸੜਕ ਦੀ, ਤੇ ਉਹਦੇ ਤੋਂ ਦੂਰੀ ਬਣਾਈ ਹੋਈ ਹੈ। ਕੇਵਲ ਜੋੜ ਤੋੜ ਨਾਲ ਹੀ ਜਾਂ ਕਿਸੇ ਨਾਲ ਅਲਾਇੰਸ ਕਰਕੇ ਹੀ ਕੇਵਲ ਵੋਟ ਪੋਲਿਟਿਕਸ ਤੱਕ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ, ਉਹਦੇ ਕਰਕੇ ਵੀ ਇਹ ਵੱਖਰੀ ਪਾਰਟੀ ਨਹੀਂ ਲੱਗ ਰਹੀ ਦੂਜਿਆਂ ਤੋਂ। ਔਰ ਇਸੇ ਕਰਕੇ ਇਹ ਹੋ ਗਿਆ ਕਿ ਫਿਊਚਰ ਦੇ ਵਿੱਚ ਇੱਕ ਹੋਰ ਵੀ ਤਰੀਕਾ ਬਦਲ ਗਿਆ, ਕਿਉਂਕਿ ਪੰਥਕ ਜਿਹੜੀ ਹੈ, ਜੇ ਸਿੱਖ ਡਾਇਸਪੋਰਾ ਆਪਾਂ ਦੇਖਦੇ ਹਾਂ, ਲਗਭਗ 150 ਦੇਸ਼ਾਂ ਦੇ ਵਿੱਚ ਮੰਨਿਆ ਜਾਂਦਾ ਹੈ, ਕੋਈ 128 ਚ ਕਿ ਇੱਕ ਸਿੱਖ ਫੇਸ ਦੇ ਤੌਰ ਤੇ ਲੋਕ ਦਿਖਾਈ ਦਿੰਦੇ ਨੇ, ਦੇਸ਼ ਦੇ ਵਿੱਚ ਵੀ ਦਿਖਾਈ ਦਿੰਦੇ ਨੇ। ਜੇ ਪੰਥਕ ਰਾਜਨੀਤੀ ਦਾ ਸਵਾਲ ਹੈ, ਤੇ ਜਦੋਂ ਸ਼੍ਰੋਮਣੀ ਕਮੇਟੀ ਚ ਜਥੇਦਾਰ ਨੂੰ ਲਾਉਣ ਜਾਂ ਹਟਾਉਣ ਦੇ ਬਾਰੇ ਜਾਂ ਪੰਥਕ ਸਿਆਸਤ ਚ ਉਹਨਾਂ ਦੀ ਭੂਮਿਕਾ ਕਮੂਲੇਟ ਕਰਨੀ ਹੈ, ਉਹਨਾਂ ਦਾ ਦਖਲ ਲਿਆਉਣਾ ਹੈ, ਤਾਂ ਅਕਾਲੀ ਦਲ ਉਹਦੇ ਅਲੱਗ, ਉਹਦੇ ਉਲਟ ਸਟੈਂਡ ਲਈ ਖੜਾ ਦਿਖਾਈ ਦੇ ਰਿਹਾ ਹੁੰਦਾ ਕਿਤੇ ਨਾ ਕਿਤੇ। ਉਹਨਾਂ ਨੂੰ ਨਾਲ ਜੋੜਨ ਦਾ ਇਹੋ ਜਿਹਾ ਇੱਕ ਕੋਈ ਸਿਸਟਮ ਬਣਾਉਣਾ, ਮੇਕਅਪ, ਕਿ ਸਾਰੇ ਲੋਕ ਇਹ ਮਹਿਸੂਸ ਕਰਨ ਕਿ ਅਸੀਂ ਇਹਦੇ ਫੈਸਲਾ ਦੇ ਵਿੱਚ ਸ਼ਾਮਲ ਹਾਂ, ਅਸੀਂ ਇਸ ਸਿਆਸਤ ਦੇ ਵਿੱਚ, ਇਹਦੇ ਡਿਜ਼ਾਈਨ ਦੇ ਵਿੱਚ, ਇਹਦੇ ਏਜੰਡੇ ਦੇ ਵਿੱਚ, ਇਹਦੀ ਕਾਰਗੁਜ਼ਾਰੀ ਦੇ ਵਿੱਚ ਸਾਡੀ ਕੋਈ ਭੂਮਿਕਾ ਹੈ। ਔਰ ਲੜਾਈ ਤਾਂ ਹੁਣ ਹਰਿਆਣੇ ਦੀ ਕਮੇਟੀ ਤੇ ਇੱਥੇ ਪਈ ਜਾਂਦੀ ਹੈ, ਦਿੱਲੀ ਦੀ ਕਮੇਟੀ ਤੇ ਪੰਜਾਬ ਦੇ ਵਿੱਚ ਆਪਸ ਦੇ ਵਿੱਚ ਪਈ ਜਾਂਦੀ ਹੈ। ਉਸੇ ਲੈਵਲ ਤੇ ਧਾਰਮਿਕ ਮਤਲਬ ਗੁਰਦੁਆਰਾ ਕਮੇਟੀਆਂ 'ਚ ਵੀ ਪੋਲਿਟਿਕਸ ਤਾਂ ਹੈ ਹੀ ਹੈ, ਜਿਹੜੀ ਅਲੱਗ-ਅਲੱਗ ਟਾਈਪ ਦੀ ਉਸ ਲੈਵਲ ਦੇ ਉੱਤੇ ਗੱਲ ਕਰੇਗੀ। ਇਸ ਕਰਕੇ ਬਹੁਤ ਜ਼ਰੂਰੀ ਹੈ। ਇੱਕ ਤਾਂ ਦੁਨੀਆ ਦੀ ਬਦਲ ਰਹੀ ਸਿਆਸਤ ਦਾ ਸਵਾਲ ਹੈ। ਅਕਾਲੀ ਦਲ ਜੇ ਗੁਰਬਾਣੀ ਤੋਂ ਸੇਧ ਲੈਂਦਾ ਹੈ, ਅਕਾਲੀ ਦਲ ਜੇ ਸਿੱਖ ਰਹੁ ਰੀਤਾਂ ਰਸਮ ਰਿਵਾਜ ਤੋਂ ਲੈਂਦਾ, ਤਾਂ ਅੱਜ ਦੇ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨੂੰ ਅਕਾਲੀ ਦਲ ਨੂੰ ਚੈਲੰਜ ਕਰਨਾ ਪਏਗਾ, ਉਸ ਜੀਵਨ ਜਾਂਚ ਨੂੰ ਵੀ ਚੈਲੰਜ ਕਰਨਾ ਪਏਗਾ, ਉਹ ਸਾਰੇ ਕਲਚਰ ਵੈਲਿਊ ਸਿਸਟਮ ਜੋ ਆ ਰਿਹਾ ਉਹਦੇ ਵੀ ਮੁਕਾਬਲੇ ਕੋਈ ਆਪਣਾ ਇੱਕ ਸੈਟਅਪ ਜਿਹੜਾ ਉਸ ਲੈਵਲ ਦੀ ਗੱਲ ਹੋਏਗੀ।
ਜਿਹੜੀ ਮੋਨੋਪੋਲੀ ਹੈ ਇਕਨੋਮਿਕ ਸਾਈਡ, ਆਰਥਿਕ ਸਾਈਡ ਤੇ, ਜਿਹੜੀ ਮੋਨੋਪੋਲੀ ਹੈ ਪੋਲੀਟੀਕਲ ਸਾਈਡ ਤੇ, ਤਾਂ ਜਿਹੜਾ ਪੰਥਕ ਰਾਜਨੀਤੀ ਆ ਉਹ ਇਹ ਦੋਨਾਂ ਦੇ ਖਿਲਾਫ ਹੈ। ਕਿਸੇ ਦੀ ਵੀ ਹੈਜਮਨੀ ਬਰਦਾਸ਼ਤ ਨਾ ਕਰਨਾ ਇਹ ਅਕਾਲੀ ਦਲ ਦਾ ਬੁਨਿਆਦੀ ਸਿਧਾਂਤ ਰਿਹਾ ਹੈ। ਇੰਨੀਆਂ ਕੁਰਬਾਨੀਆਂ ਉਸੇ ਗੱਲ ਦੇ ਪਿੱਛੇ ਰਹੀਆਂ ਨੇ। ਜੇ ਤੁਸੀਂ ਹੀ ਉਹ ਪਾਵਰ ਆਪਣੇ ਅੰਦਰ ਉਵੇਂ ਹੀ ਵਰਤਾ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਸੀਂ ਉਹ ਜਿਹੜੀ ਝੀਲ ਹੈ ਅਕਾਲੀ ਦਲ ਦੇ ਅੰਦਰ, ਜਿਹੜੀ ਸਪਿਰਿਟ ਹੈ, ਜਿਹੜੀ ਸਵਾ ਲੱਖ ਸੇ ਇੱਕ ਲੜਾਉਣ ਦੀ ਗੱਲ ਹੈ, ਜਿਹੜੀ ਬਹੁਤ ਵੱਡੇ ਪੱਧਰ ਤੇ ਸੇਵਾ ਦੀ ਗੱਲ ਹੈ, ਸੁਸਾਇਟੀ ਦੇ ਵਿੱਚ ਬੁਨਿਆਦੀ ਫੰਡ ਹੈ, ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਸਕਣ ਦਾ ਸਿਧਾਂਤ ਹੈ, ਕਿਰਤੀ ਨੂੰ ਭਾਈ ਲਾਲੋ ਨੂੰ ਸਨਮਾਨ ਦੇਣ ਦਾ ਸਵਾਲ ਹੈ, ਤਾਂ ਜੇ ਉਹ ਪੋਲਿਟਿਕਸ ਅੱਗੇ ਨਹੀਂ ਆਉਂਦੀ ਉਸ ਫਿਲਾਸਫੀ ਦੇ ਉੱਤੇ, ਫਿਰ ਉਹ ਵੱਖਰੀ ਇੱਕ ਪਾਰਟੀ ਤਾਂ ਹੋ ਸਕਦੀ ਹੈ, ਪਰ ਉਹ ਅਕਾਲੀ ਦਲ ਜਾਂ ਪੰਥਕ ਧਿਰ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਦੇ ਤੌਰ ਤੇ ਨਹੀਂ ਕਹਾਈ ਜਾਏਗੀ। ਇਸ ਗੱਲ ਨੂੰ ਬਹੁਤ ਧਿਆਨ ਦੇ ਨਾਲ ਅਕਾਲੀ ਦਲ ਨੂੰ ਆਪਣੇ ਅੰਦਰ ਝਾਤੀ ਮਾਰਨੀ ਪਏਗੀ, ਨਾ ਕੇਵਲ ਅਕਾਲੀ ਦਲ ਨੂੰ, ਸਮੁੱਚੇ ਪੰਜਾਬ ਨੂੰ ਵੀ, ਸਮੁੱਚੇ ਬਾਕੀ ਦੇ ਡੈਸਟਰ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਕਹਿੰਦੇ ਆ, ਤਾਂ ਹੋਏਗਾ। ਉਹ ਕੱਲਾ ਆਪਦੇ ਆਪ ਚ ਨਹੀਂ ਚੱਲੇਗਾ। ਜਿਹੜੀ ਜਾਤ ਪਾਤ ਅੱਜ ਵੀ ਪਿੰਡ ਦੇ ਵਿੱਚ ਖੜੀ ਆ ਉਸ ਤਰੀਕੇ ਦੇ ਨਾਲ, ਜਿਹੜਾ ਬਾਕੀ ਦੇ ਸਵਾਲ ਅੱਜ ਵੀ ਉਸ ਲੈਵਲ ਤੇ ਖੜੇ ਨੇ, ਜਿਹੜਾ ਖਾਲਸਾ ਸਾਧਿਆ ਸੀ ਤੇ ਪਛਾਣਾ ਤਾਂ ਅਲੱਗ-ਅਲੱਗ ਨੇ, ਗੁਰਦੁਆਰਾ ਚ ਅਰਦਾਸ ਹੋ ਜਾਂਦੀ ਹੈ ਇਸ ਗੱਲ ਕਰਕੇ ਕਿ ਬੰਦਿਆਂ ਨੂੰ ਬੁਲਾਉਣਾ ਨਹੀਂ, ਇਹਨਾਂ ਨੂੰ ਕੰਮ ਤੇ ਨਹੀਂ ਲਾਉਣਾ, ਉਹ ਸਾਰੇ ਏਜੰਡੇ ਨੂੰ ਮਤਲਬ ਕਲਾਵੇ ਚ ਲੈਣਾ ਪਊਗਾ, ਤਾਂ ਅਕਾਲੀ ਦਲ ਦਾ ਫਿਊਚਰ ਵੱਡੇ ਪੱਧਰ ਤੇ ਜੇ ਕੋਈ ਪ੍ਰਭਾਵ ਪਾਉਣਾ ਹੈ ਇਸ ਪੂਰੇ ਮਾਹੌਲ ਦੇ ਵਿੱਚ। ਆਖਰੀ ਲਫ਼ਜ਼ ਹੀ ਲਵਾਂਗੇ ਖਾਲਸਾ ਸਾਹਿਬ। ਪ੍ਰੋਫੈਸਰ ਸਾਹਿਬ, ਮੈਨੂੰ ਇਹ ਜ਼ਰੂਰ ਦੱਸ ਦਿਓ, ਜਿਵੇਂ ਸਰਦਾਰ ਹਮੀਰ ਸਿੰਘ ਹੋਰੀ ਕਹਿ ਰਹੇ ਨੇ, ਉਹ ਪੁਰਾਣਾ ਦੌਰ ਸੀਗਾ ਮੋਢੇ ਤੇ ਕਸ਼ਹਿਰਾ ਪਰਨਾ ਵਾਲਾ ਜਾਂ ਝੋਲੇ ਦੇ ਵਿੱਚ 2 ਰੋਟੀਆਂ ਲੈ ਕੇ ਤੁਰ ਪੈਣ ਵਾਲਾ। ਹੁਣ ਕਲਚਰ ਤਾਂ ਖੜਕਵੇਂ ਕੁੜਤੇ ਪਜਾਮੇ ਔਰ ਫਾਰਚੂਨਰਾਂ ਦਾ ਹੈ, ਤੇ ਹੁਣ ਤੋਂ ਅੱਗੇ ਉਹਦੇ ਵੀ ਗਾਂਹ ਚਲੇ ਗਿਆ ਰੇਂਜ ਰੋਵਰਾਂ ਦਾ ਹੈ। ਇਸ ਦੌਰ ਦੇ ਵਿੱਚ ਟੋਟਲ ਜਿਹੜਾ ਬਿਜ਼ਨਸ ਮਾਈਂਡਡ ਸੈਟਅਪ ਆ ਉਹਨੂੰ ਕਿਵੇਂ ਚੇਂਜ ਕਰ ਸਕਦੇ ਆ? ਲੇਕਿਨ ਉਹ ਜਿਹੜੀ ਸਾਰੀ ਲਗਾਤਾਰਤਾ ਉਹਦੇ ਚ ਹੀ ਅੱਗੇ ਗੱਲ ਤੋਰ ਦਿਓ, ਫਿਰ ਗੱਲ ਖਤਮ ਕਰੀਏ। ਦੇਖੋ ਇਦਾਂ ਹੈਗਾ ਵੀ ਅਕਾਲੀ ਦਲ ਵੀ ਇਸ ਗੱਲ ਤੋਂ ਵਾਂਝੇ ਨਹੀਂ ਰਿਹਾ ਕਿ ਜਿਹੜਾ ਪੋਲੀਟੀਸ਼ੀਅਨ ਹੈ ਓਵਰਆਲ ਉਹ ਪੋਲਿਟਿਕਸ ਨੂੰ ਇੱਕ ਬਿਜ਼ਨਸ ਸਮਝਣ ਲੱਗਿਆ। ਅਕਾਲੀ ਦਲ ਦੇ ਵਿੱਚ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਵੀ ਲੋਕ ਉਹ ਆ ਗਏ ਜਿਹੜੇ ਕਿ ਪਾਵਰ ਨੂੰ ਇੱਕ ਗਲੂ ਸਮਝ ਕੇ ਉਹਦੇ ਨਾਲ ਚਿਪਕਣਾ ਸ਼ੁਰੂ ਕਰਤਾ, ਨਾ ਕਿ ਪਾਵਰ ਨੂੰ ਚੈਲੰਜ ਕਰਨ ਦੀ ਗੱਲ ਜਿਹੜੀ ਕਿ ਇਤਿਹਾਸਕ ਰੂਪ ਦੇ ਵਿੱਚ ਅਕਾਲੀ ਦਲ ਦੇ ਵਿੱਚ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸੀਗੀ, ਉਹ ਨਹੀਂ ਰਹੀ। ਔਰ ਮੈਂ ਇੱਕ ਨਵਾਂ ਜਿਹੜਾ ਡੇਂਜਰ ਖਤਰਾ ਦੇਖ ਰਿਹਾ। ਪਹਿਲਾਂ ਜਿਹੜੀ ਸਿੱਖ ਪੋਲਿਟਿਕਸ ਸੀਗੀ, ਜਿਹੜੀ ਇਲੈਕਟੋਰਲ ਪੋਲਿਟਿਕਸ ਸੀਗੀ, ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਸੀਗੀ। ਹੁਣ ਤੀਜੀ ਧਿਰ ਆ ਗਈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਸਿੱਖ ਜਥੇਬੰਦੀਆਂ ਚਲੀਆਂ ਗਈਆਂ, ਉਹਨੂੰ ਸਪੋਰਟ ਕਰ ਰਹੀਆਂ। ਇਸ ਤੋਂ ਇਲਾਵਾ ਜਿਹੜੀ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਇਸ ਵੇਲੇ ਬੀਜੇਪੀ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ, ਔਰ ਉਸ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਹਿੰਦੂ ਵੋਟ ਬੈਂਕ ਹੈ ਔਰ ਉਸ ਤੋਂ ਬਾਅਦ ਸਿੱਖ ਵੋਟ ਬੈਂਕ ਨੂੰ ਡਿਵਾਈਡ ਕਰਕੇ ਉਹਦੇ ਵਿੱਚੋਂ ਇੱਕ ਨੂੰ ਨਾਲ ਲਾਉਣਾ, ਇਹ ਜਿਹੜੀ ਚੱਲ ਰਹੀ ਹੈ ਇਸ ਵੇਲੇ, ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਸ਼ੀਆ ਤੇ ਸੁੰਨੀ ਇਲਾਕਿਆਂ ਨੂੰ ਅਲੱਗ-ਅਲੱਗ ਕਰਕੇ ਔਰ ਉਸ ਤੋਂ ਬਾਅਦ ਇੱਕ ਛੋਟਾ ਏਰੀਆ ਜਿਹੜਾ ਸੀਗਾ ਉਹਨੂੰ ਅਲੱਗ ਕਰ, ਬਿਲਕੁਲ ਉਹੀ ਚੀਜ਼ ਸੋਸ਼ਲ ਇੰਜੀਨੀਅਰਿੰਗ ਇੱਥੇ ਵੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਤੁਸੀਂ ਇਹ ਦੇਖੋ ਕਿੰਨੇ ਸਿੱਖ ਜਥੇਬੰਦੀਆਂ ਹੈਗੀਆਂ, RSS ਦੇ ਨਾਲ ਕਿੰਨੇ ਇਨਰੋਡ ਜਿਹੜੇ ਹੈਗੇ ਆ ਸਿੱਖ ਪੋਲਿਟਿਕਸ ਦੇ ਵਿੱਚ ਕੀਤੇ ਜਾ ਰਹੇ ਆ। ਇਹ ਵੀ ਇੱਕ ਚੈਲੰਜ ਜਿਹੜਾ ਹੈਗਾ, ਇਹ ਅਕਾਲੀ ਦਲ ਨੂੰ ਦੇਖਣਾ ਪਏਗਾ ਕਿ ਕਿਆ ਅਸੀਂ ਉਹ ਤਾਕਤਾਂ ਜਿਹੜੀਆਂ ਕਿ ਇਹ ਇਨਰੋਡਸ ਕਰ ਰਹੀਆਂ ਔਰ ਉਹਨਾਂ ਨਾਲ ਅਸੀਂ ਭਾਈਵਾਲ ਬਣ ਕੇ ਸੈਂਟਰ ਦੇ ਵਿੱਚ ਪਾਵਰ ਦੀ ਸੱਤਾ ਨੂੰ ਇੰਜੋਏ ਕੀਤਾ, ਕਿਆ ਅਸੀਂ ਵਾਪਸ ਉੱਥੇ ਜਾਵਾਂਗੇ ਜਾਂ ਇਸ ਚੀਜ਼ ਨੂੰ ਬਿਲਕੁਲ ਤੋੜ ਕੇ ਇੱਕ ਅਸੀਂ ਨਵੀਂ ਰਾਜਨੀਤੀ ਜਿਹੜੀ ਹੈਗੀ ਹੈ ਉਹ ਸਾਡੀਆਂ ਪੁਰਾਣੀਆਂ ਕਦਰਾਂ ਕੀਮਤਾਂ ਦੇ ਨਾਲ ਬੰਨੀ ਹੋਵੇ, ਉਹਦੇ ਪਰ ਚੱਲਣਾ ਹੈ। ਇਹ ਅਕਾਲੀ ਦਲ ਨੇ ਫੈਸਲਾ ਕਰਨਾ ਹੈ, ਉਹਦੇ ਉੱਪਰ ਹੀ ਅੱਗੇ ਦੀ ਰਾਜਨੀਤੀ ਅਕਾਲੀ ਦਲ ਦੀ ਚੱਲਣੀ ਹੈ। ਪ੍ਰੋਫੈਸਰ ਜੋਧਕਾ ਸਾਹਿਬ, ਆਖਰੀ ਸ਼ਬਦ। ਆਈ ਥਿੰਕ ਆਰਗੇਨਾਈਜੇਸ਼ਨਲੀ ਜਿਹੜਾ ਕਰੰਟ ਅਕਾਲੀ ਦਲ ਹੈ, ਆਈ ਥਿੰਕ ਉਹਨਾਂ ਨੂੰ ਮਤਲਬ ਬਹੁਤਾ ਕੋਈ ਫਿਊਚਰ ਨਹੀਂ ਲੱਗਦਾ। ਜਿਹੜੀ ਲੋੜ ਹੈਗੀ, ਆਈ ਥਿੰਕ ਸਰ ਹਰਨੀਤ ਸਿੰਘ ਜੀ ਨੇ ਬਿਲਕੁਲ ਬੜੇ ਚੰਗੇ ਤਰੀਕੇ ਨਾਲ ਸਮਰਾਈਜ਼ ਕੀਤਾ ਕਿ ਅਕਾਲੀ ਦਲ ਵੀ ਲੋੜ ਹੈਗੀ ਸਾਨੂੰ, ਜਿਹੜੀ ਸਿੱਖ ਪਾਰਟੀ ਦੀ, ਉਹ ਸਿੱਖੀ ਦਾ ਜਿਹੜਾ ਵਿਜ਼ਨ ਹੈਗਾ ਅੱਜ ਦੀ ਨਵੀਂ ਇੱਕ ਇਨਕਲੂਸਿਵ ਸੁਸਾਇਟੀ ਨੂੰ ਕਿਵੇਂ ਬਿਲਡ ਕੀਤਾ ਜਾਏ, ਸਾਰਾ ਕੁਝ ਇਲੈਕਟੋਰਲ ਪੋਲਿਟਿਕਸ ਦੇ ਕੰਸਰਨ ਛੱਡ ਕੇ ਗਰਾਊਂਡ ਲੈਵਲ ਤੋਂ ਖੜੇ ਕਰਕੇ, ਜਿਵੇਂ ਜਾਤ ਦਾ ਮੁੱਦਾ ਹੈਗਾ ਜਾਂ ਹੁਣ ਸਾਡੀ ਕੋਈ ਉਸ ਤਰ੍ਹਾਂ ਦੀ ਲੰਮੀ ਚੌੜੀ ਕਿਸਾਨੀ ਰਹੀ ਨਹੀਂ ਗੀ। ਪਿੰਡਾਂ ਦੇ ਵਿੱਚ ਵੀ ਜਾਓ ਤੁਹਾਨੂੰ 1/3 ਤੋਂ ਜ਼ਿਆਦਾ ਜਿਹੜੇ ਹਾਊਸ ਹੋਲਡ ਆ ਉਹ ਖੇਤੀ ਨਹੀਂ ਲੱਗੇ ਫੁੱਲ ਟਾਈਮ। ਲੋਕੀ ਉਸ ਤਰ੍ਹਾਂ ਦਾ ਤੁਹਾਡੀ ਇਕਨੋਮੀ ਨਹੀਂ ਰਹੀ, ਤੁਹਾਡੀ ਕੌਮ ਕਾਫੀ ਫੈਲੀ ਹੈਗੀ, ਕੌਮ ਰਿਸੋਰਸਫੁਲ ਵੀ ਹੈਗੀ, ਤੁਹਾਡੀਆਂ ਬੜੀਆਂ ਸਟਰੈਂਥਸ ਹੈਗੀਆਂ, ਤੁਹਾਡੇ ਕੋਲ ਜਿਹੜਾ ਆਪਣਾ ਵਿਜ਼ਨ ਹੈਗਾ ਉਹ ਅੱਜ ਦੇ ਗਲੋਬਲ ਕੰਟੈਕਸਟ ਦੇ ਵਿੱਚ ਬੜਾ ਵੈਲਿਊਏਬਲ ਹੈਗਾ।
ਉਸ ਵਿਜ਼ਨ ਨੂੰ ਤੁਸੀਂ ਕਿਵੇਂ ਮੋਬਿਲਾਈਜ਼ ਕਰਕੇ ਇੱਕ ਪੋਲੀਟੀਕਲ ਅੰਦੋਲਨ ਮੂਵਮੈਂਟ ਸ਼ੁਰੂ ਕਰ ਦੋਗੇ। ਉਹ ਬਾਰ-ਬਾਰ ਗੱਲ ਇਹ ਜ਼ਰੂਰੀ ਹੈ ਕਿ ਤੁਹਾਨੂੰ ਨਵੇਂ ਤਰੀਕੇ ਨਾਲ ਆਪਣੇ ਆਪ ਨੂੰ ਇਨਵੈਂਟ ਕਰਨਾ ਪੈਣਾ। ਉਹਦੇ ਵਾਸਤੇ ਜਿਵੇਂ ਤੁਸੀਂ ਪਹਿਲੇ ਕਿਹਾ ਸੀ, ਸੜਕਾਂ ਤੇ ਜਾਣਾ ਪੈਣਾ, ਲੋਕਾਂ ਦੇ ਨਾਲ ਬੈਠਣਾ ਪੈਣਾ, ਲੋਕਾਂ ਨੂੰ ਨਾਲ ਲੈ ਕੇ ਉਸੇ ਚੋਂ, ਜਿਵੇਂ ਖਾਲਦ ਸਾਹਿਬ ਨੇ ਕਿਹਾ, ਬਾਕੀ ਨਵੇਂ ਟ੍ਰੈਂਡ ਆ ਰਹੇ ਆ, ਜਿਵੇਂ ਨਵੇਂ ਵਖੇਵੇਂ ਆ ਰਹੇ ਆ, ਉਹਨੇ ਤਾਂ ਬਹੁਤ ਖਰਾਬ ਕਰਨਗੇ ਪੰਜਾਬ ਨੂੰ। ਪੰਜਾਬ ਦੇ ਲੋਕ ਬਹੁਤ ਕੌਨਸ਼ੀਅਸ ਹੈਗੇ, ਇੰਨੀ ਕੋਈ ਮਾੜੀ ਗੱਲ ਨਹੀਂ ਹੈਗੀ। ਲੋਕਾਂ ਨੂੰ ਪਤਾ ਲੱਗ ਜਾਂਦਾ ਇਮੀਡੀਏਟਲੀ ਕਿ ਹਾਂ ਜੀ ਹੁਣ ਇਹ ਆ ਇੱਥੇ ਖੜਾ ਹੈਗਾ, ਇਹਨੇ ਆਹ ਕਰਨਾ ਹੈ, ਇਹਨੇ ਉਹ ਕਰਨਾ ਹੈਗਾ। ਪਰ ਲੋੜ ਹੈਗੀ ਕਿ ਕੌਣ ਉਸ ਨੂੰ ਆਰਟੀਕੂਲੇਟ, ਜਿਹੜਾ ਸਿੱਖ ਵਿਜ਼ਨ ਹੈਗਾ, ਤੇ ਸਿੱਖੀ ਕੋਲੋਂ ਵਿਜ਼ਨ ਹੈਗਾ, ਤੇ ਮੈਨੂੰ ਲੱਗਦਾ ਅਕਾਲੀ ਦਲ ਨੇ ਜੇ ਕੋਈ ਉਹਦਾ ਫਿਊਚਰ ਹੈਗਾ ਤੇ ਉਹ ਪੰਥ ਦੇ ਨਾਲ ਜੁੜ ਕੇ ਹੀ ਹੈਗਾ। ਇਹ ਪੰਜਾਬੀ ਪਾਰਟੀ ਬਣਾ ਕੇ ਜਾਂ ਵੱਡੀ ਰੀਜਨਲ ਪਾਰਟੀ ਬਣਾ ਕੇ ਉਹਦੇ ਚੋਂ ਬਹੁਤਾ ਕੁਝ ਨਹੀਂ ਮਿਲਣਾ। ਉਹਦੇ ਇੱਕ ਆਪਣੇ ਵੈਲਿਊ ਹੈਗੀ ਇਲੈਕਟੋਰਲੀ, ਬਟ ਅਦਰਵਾਈਜ਼ ਤੁਹਾਨੂੰ ਸਿੱਖ ਵਿਜ਼ਨ ਨੂੰ ਲੈ ਕੇ, ਸਿੱਖ ਵਿਜ਼ਨ ਇਹ ਨਹੀਂ ਕਹਿੰਦਾ ਕਿ ਤੁਹਾਡਾ ਸਿਰਫ ਸਿੱਖਾਂ ਦੇ ਵਾਸਤੇ ਹੈ। ਜਿਹੜਾ ਸਿੱਖੀ ਦਾ ਵਿਜ਼ਨ ਹੈਗਾ ਉਹਦੇ ਤਾਂ ਕੋਈ ਰਿਲੀਜਨ ਵਾਲੀ ਗੱਲ ਹੀ ਨਹੀਂ ਹੈਗੀ, ਉਹ ਤਾਂ ਸਾਰੇ ਇਕੱਠੇ ਹੀ ਚੱਲਣਗੇ। ਉਹਦੇ ਤੋਂ ਕੋਈ ਮਤਲਬ ਹੀ ਨਹੀਂ, ਕੋਈ ਧਰਮ ਨੂੰ ਮੰਨਦਾ ਹੀ ਨਹੀਂਗਾ। ਜਿਹੜਾ ਗੁਰੂ ਨਾਨਕ ਦੀ ਆਪਣੀ ਫਿਲਾਸਫੀ ਹੈਗੀ, ਉਸ ਵਿਜ਼ਨ ਨੂੰ ਲੈ ਕੇ ਉਹਨੂੰ ਕਿਵੇਂ ਤੁਸੀਂ ਉਹਦੀ ਵੈਲਿਊ ਦਿਖਾਏਗੇ। ਉਹ ਕਿਸਾਨ ਅੰਦੋਲਨ ਨੇ ਦਿਖਾਇਆ ਕਿ ਸਾਡੇ ਕੋਲ ਇਨਕਲੂਜਨ ਦਾ ਵਿਜ਼ਨ ਹੈਗੇ, ਸਾਡੇ ਲੰਗਰ ਹੈਗੇ, ਤੁਸੀਂ ਆਓ ਜੀ ਸਾਰੇ ਇਕੱਠੇ ਬੈਠਾਂਗੇ, ਇਕੱਠੇ ਬੈਠ ਕੇ ਗੱਲ ਕਰਾਂਗੇ। ਜਦੋਂ ਤੱਕ ਬਿਲਕੁਲ ਪੂਰੀ ਤਰ੍ਹਾਂ ਹਰ ਕੋਈ ਸਹਿਮਤ ਨਹੀਂ ਹੋ ਜਾਂਦਾ, ਅਸੀਂ ਫੈਸਲਾ ਨਹੀਂ ਲਵਾਂਗੇ। ਉਹ ਸਾਰੇ ਦੇ ਸਾਰੇ ਸਾਡੇ ਕੋਲ ਆਲਰੇਡੀ ਹੈਗੇ, ਪਰ ਉਸ ਨੂੰ ਕਿਵੇਂ ਤੁਸੀਂ ਆਰਟੀਕੂਲੇਟ ਕਰਕੇ ਲੋਕਾਂ ਨੂੰ ਨਵੇਂ ਤਰੀਕੇ ਨਾਲ ਮੋਬਿਲਾਈਜ਼ ਕਰੋਗੇ, ਇਹ ਬਹੁਤ ਵੱਡਾ ਚੈਲੰਜ ਹੈਗਾ। ਇਤਨਾ ਆਸਾਨ ਕੰਮ ਨਹੀਂ ਹੈਗਾ, ਇਸ ਵਾਸਤੇ ਕੋਈ ਬਹੁਤੀ ਜਲਦੀ ਹੋਣਾ ਵੀ ਨਹੀਂ ਹੈਗਾ। ਬਹੁਤ ਮਿਹਰਬਾਨੀ। ਬੇਸਿਕਲੀ ਇਹੀ ਤਾਂ ਸਵਾਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਉਹਨਾਂ ਦੇ ਹਰ ਤਰ੍ਹਾਂ ਦੇ ਮਸਲੇ, ਉਹ ਭਾਵੇਂ ਧਾਰਮਿਕ, ਸਮਾਜਿਕ, ਰਾਜਨੀਤਿਕ, ਐਡਰੈਸ ਕਰਨ ਵਾਲੇ ਉਹਨਾਂ ਦੇ ਆਪਣੇ ਲੋਕ ਹੋਣ, ਜਿਹੜੇ ਉਹਨਾਂ ਨੂੰ ਸਮਝਦੇ ਵੀ ਹੋਣ, ਔਰ ਜਿਨ੍ਹਾਂ ਤੋਂ ਪੂਰੀ ਇਮਾਨਦਾਰੀ ਦੀ ਉਹ ਆਸ ਵੀ ਰੱਖਣ, ਉਹਨਾਂ ਲਈ ਲੜ ਸਕਣ। ਕੋਈ ਐਸੀ ਧਿਰ ਜਿਹੜੀ ਮੁਸ਼ਕਿਲ ਵੇਲੇ ਰਾਤ ਬਰਾਤੇ ਉਹਨਾਂ ਲਈ ਖੜੀ ਹੋਵੇ। ਕੋਈ ਬੰਦਾ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਵੀ ਖੜਾ ਪੰਜਾਬ ਦੇ ਨਾਂ ਤੇ ਹੋਵੇ, ਉਹਨੂੰ ਮੁਸ਼ਕਿਲ ਆਵੇ ਤੇ ਉਹਦੇ ਨਾਲ ਪਿੱਠ ਪਿੱਛੇ ਕਿਸੇ ਦੇ ਖੜੇ ਹੋਣ ਦੀ ਆਹਟ ਹੋਵੇ। ਅਕਾਲੀ ਦਲ ਕਦੇ ਇਹ ਕੰਮ ਕਰਦਾ ਰਿਹਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜੇ ਮੁੜ ਕੇ ਵਿਉਂਤਣਾ ਹੈ ਸਾਰੇ ਮਾਮਲਿਆਂ ਨੂੰ। ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਜੀ। ਸ਼ੁਕਰੀਆ, ਧੰਨਵਾਦ ਜੀ, ਥੈਂਕ ਥੈਂਕ ਯੂ, ਯੂ। ਮਿਹਰਬਾਨੀ।